Yes, please. Let us start. Good morning, ji, everyone. Good morning, sir. Good morning, sir. Good morning, sir. Good Good morning. morning, sir. Good morning, sir. Good morning, ji. Good morning, Today, sir ji. good morning, ji. Good morning. Good morning. Let us start. Today, we will discuss NAPSILAR examination paper number 6, Civil Procedure Code, CPC. CPC 1908, 1908। ਅਸੀਂ ਪੜ੍ਹ ਰਹੇ ਸੀਗੇ ਪਾਰਟ 2 ਇਸ ਸੈਕਸ਼ਨਸ ਦਾ। ਇਹ ਜਿਹੜੇ ਸੀਪੀਸੀ ਹੈ ਇਹ ਦੋ ਪਾਰਟ ਹੈ, ਤਿੰਨ ਪਾਰਟ ਇਹਦੇ ਹੁੰਦੇ ਆ। ਇੱਕ ਹੁੰਦੇ ਆ ਇਹਦੇ ਸੈਕਸ਼ਨਸ, ਫਿਰ ਇਹਦੇ ਸਟਾਰਟ ਹੋ ਜਾਂਦੇ ਆਰਡਰਸ, ਆਰਡਰ ਦੇ ਨਾਲ ਹੀ ਰੂਲ ਬਣ ਜਾਂਦੇ ਆ। ਠੀਕ ਹੈ, ਅਸੀਂ ਫਿਲਹਾਲ ਜਿਹੜਾ ਸੈਕਸ਼ਨਸ ਪੜ੍ਹ ਰਹੇ ਹਾਂ, ਅਸੀਂ ਜਿਹੜਾ ਪਾਰਟ ਪੜ੍ਹ ਰਹੇ ਹਾਂ ਉਹ ਸੈਕਸ਼ਨ ਦਾ ਪੜ੍ਹ ਰਹੇ ਹਾਂ। ਇਸ ਸੈਕਸ਼ਨ ਦੇ ਵਿੱਚ ਅਸੀਂ ਇਹਦਾ ਪਾਰਟ 2 ਜਿਹੜਾ ਹੈਗਾ ਹੋਏਗਾ ਸੰਬੰਧਿਤ ਐਗਜੀਕਿਊਸ਼ਨ ਦੇ ਨਾਲ। 2 ਮਿੰਟ ਲਈ ਫਿਰ ਮੈਂ ਥੋੜਾ ਰਿਪੀਟ ਕਰ ਦਵਾਂ, ਕਈਆਂ ਨੇ ਪਿਛਲੀ ਕਲਾਸ ਸ਼ਾਇਦ ਲਗਾਈ ਹੋਵੇ ਜਾਂ ਨਾ ਲਗਾਈ ਹੋਵੇ। ਡਿਗਰੀ ਜਦੋਂ ਪਾਸ ਹੋ ਜਾਂਦੀ ਹੈ, ਜਿਸ ਹੱਕ ਦੇ ਵਿੱਚ ਜਿਸ ਵਿਅਕਤੀ ਦੇ ਹੱਕ ਜਿਹੜੀ ਕੋਈ ਡਿਗਰੀ ਪਾਸ ਹੁੰਦੀ ਹੈ, ਚਾਹੇ ਉਹ ਡਿਗਰੀ ਕਿਸੇ ਪੈਸੇ ਦੇ ਲੈਣ ਦੇਣ ਦੀ ਹੋਵੇ ਜਾਂ ਕਿਸੇ ਪ੍ਰੋਪਰਟੀ ਦੇ ਕਬਜ਼ੇ ਲੈਣ ਦੇਣ ਦੀ ਹੋਵੇ। ਜਦੋਂ ਕਿਸੇ ਵਿਅਕਤੀ ਦੇ ਹੱਕ 'ਚ ਡਿਗਰੀ ਪਾਸ ਹੋ ਜਾਂਦੀ ਹੈ ਉਹਨੂੰ ਅਸੀਂ ਡਿਗਰੀ ਹੋਲਡਰ ਕਹਿੰਦੇ ਹਾਂ। ਜਿਹਦੇ ਖਿਲਾਫ ਡਿਗਰੀ ਪਾਸ ਹੁੰਦੀ ਹੈ ਉਸਨੂੰ ਅਸੀਂ ਜੇਡੀ ਕਹਿੰਦੇ ਹਾਂ, ਜਜਮੈਂਟ ਡਿਫਟਰ ਕਹਿੰਦੇ ਹਾਂ। ਮੇ ਵੀ ਇੱਕ ਕੋਰਟ ਨੇ ਡਿਗਰੀ ਪਾਸ ਕਰ ਦਿੱਤੀ ਤਾਂ ਉਹੀ ਕੋਰਟ ਉਸ ਡਿਗਰੀ ਨੂੰ ਐਗਜ਼ੀਕਿਊਟ ਵੀ ਕਰ ਸਕਦੀ ਹੈ, ਜਾਂ ਉਹ ਕੋਰਟ ਉਸ ਡਿਗਰੀ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ, ਯਾਨੀ ਕਿ ਲਾਗੂ ਕਰਨ ਦੀ ਖਾਤਰ ਕਿਸੇ ਹੋਰ ਕੋਰਟ 'ਚ ਵੀ ਭੇਜ ਸਕਦੀ ਹੈ, ਜਿੱਥੇ ਕਿਸੇ ਜੇਡੀ ਦੀ ਪ੍ਰਾਪਰਟੀ ਕਿਤੇ ਫਾਲ ਕਰਦੀ ਹੋਵੇ ਜਾਂ ਉਸ ਜਾਂ ਜੇਡੀ ਕਿਤੇ ਹੋਰ ਰਹਿੰਦਾ ਹੋਵੇ, ਤਾਂ ਡਿਗਰੀ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ, ਜਿਵੇਂ ਡਿਗਰੀ ਨੂੰ ਲਾਗੂ ਕਰਨ ਦੀ ਖਾਤਰ ਡਿਗਰੀ ਪਾਸ ਹੋਣ ਤੋਂ ਉਪਰੰਤ ਜਿੱਥੇ ਵੀ ਜਿਹੜਾ ਡਿਗਰੀ ਹੋਲਡਰ ਕਹਿੰਦਾ ਹੈਗਾ, ਜਿੱਥੇ ਡਿਗਰੀ ਹੋਲਡਰ ਨੂੰ ਪਤਾ ਲੱਗਦਾ ਵੀ ਇਸ ਵਿਅਕਤੀ ਦੀ ਜਿਹੜੀ ਪ੍ਰਾਪਰਟੀ ਜਿਹਦੇ ਹੱਕ ਦੇ ਜਿਹਦੇ ਖਿਲਾਫ ਡਿਗਰੀ ਪਾਸ ਹੋਈ ਹੈ ਉਹ ਕਿੱਥੇ ਕਿਹੜੀ ਸਟੇਟ 'ਚ ਰਹਿੰਦਾ ਹੈਗਾ, ਜਾਂ ਉਹਦੀ ਪ੍ਰਾਪਰਟੀ ਕਿੱਥੇ ਪਈ ਹੈਗੀ ਹੈ, ਉਹਦੀ ਕੋਈ ਫਰਦ ਲਿਆ ਕੇ ਦਿੰਦਾ ਹੈ ਕੋਰਟ ਨੂੰ, ਤਾਂ ਕੋਰਟ ਜਿਹੜੀ ਕੰਸਰਨਡ ਕੋਰਟ ਨੂੰ ਜਿੱਥੇ ਉਹ ਵਿਅਕਤੀ ਰਹਿੰਦਾ ਹੋਵੇ ਜਾਂ ਜਿੱਥੇ ਉਹਦੀ ਪ੍ਰਾਪਰਟੀ ਫਾਲ ਕਰਦੀ ਹੋਵੇ, ਉਸ ਕੋਰਟ ਦੇ ਵਿੱਚ ਜਿਹੜੀ ਡਿਗਰੀ ਹੈਗੀ ਹੈ ਉਹ ਐਗਜ਼ੀਕਿਊਸ਼ਨ ਲਈ ਭੇਜ ਦਿੰਦੀ ਹੈਗੀ ਹੈ। ਆਪਾਂ ਇਹ ਚੈਪਟਰ ਜਿਹੜਾ ਐਗਜ਼ੀਕਿਊਸ਼ਨ ਦਾ ਪੜ੍ਹ ਰਹੇ ਹਾਂ, ਇਹ ਸੈਕਸ਼ਨ 36 ਤੋਂ ਸਟਾਰਟ ਹੋ ਜਾਂਦਾ ਸੀਗਾ, ਅਸੀਂ ਪੜ੍ਹ ਚੁੱਕੇ ਸੀ 44 ਤੱਕ। ਐਗਜ਼ੀਕਿਊਟਿੰਗ ਕੋਰਟ ਜਿਹੜੀ ਕੋਰਟ ਡਿਗਰੀ ਨੂੰ ਐਗਜ਼ੀਕਿਊਟ ਕਰਦੀ ਹੈ, ਲਾਗੂ ਕਰਦੀ ਹੈ, ਉਹਨੂੰ ਅਸੀਂ ਐਗਜ਼ੀਕਿਊਟਿੰਗ ਕੋਰਟ ਕਹਿੰਦੇ ਆ। ਠੀਕ ਹੈ, ਐਗਜ਼ੀਕਿਊਟਿੰਗ ਕੋਰਟ ਦੇ ਵਿੱਚ ਵੀ ਜਿਹੜੀ ਹੈਗੀ ਜੋ ਡਿਗਰੀ ਚਲੀ ਜਾਂਦੀ ਹੈ, ਫਿਰ ਉਸਨੇ ਜਿਹੜੇ ਹੈਗੇ ਸਾਰਾ ਪ੍ਰੋਸੈਸ ਅਡਾਪਟ ਕਰਨਾ ਹੁੰਦਾ ਹੈ, ਜਿਵੇਂ ਕਿ ਦੁਬਾਰਾ ਸਬਨਿੰਗ ਕਰਨੀ ਹੁੰਦੀ ਹੈ ਪਾਰਟੀਆਂ ਨੂੰ, ਦੋਨਾਂ ਨੂੰ ਡਿਗਰੀ ਲਾਗੂ ਕਰਨ ਦੀ ਖਾਤਰ ਪ੍ਰੋਪਰਟੀ ਅਟੈਚ ਕੀਤੀ ਜਾਂਦੀ ਹੈ, ਸੇਲ ਕੀਤੀ ਜਾਂਦੀ ਹੈ। ਸੈਕਸ਼ਨ 45 'ਚ ਅਸੀਂ ਕੀ ਪੜਾਂਗੇ? ਐਗਜ਼ੀਕਿਊਸ਼ਨ ਆਫ ਡਿਗਰੀ ਆਊਟਸਾਈਡ ਇੰਡੀਆ। ਜਦੋਂ ਕੋਈ ਡਿਗਰੀ ਇੰਡੀਆ ਵਿੱਚ ਪਾਸ ਹੋਈ ਹੋਵੇ ਤਾਂ ਉਹਨੂੰ ਆਊਟਸਾਈਡ ਇੰਡੀਆ ਜੇ ਕਿਤੇ ਲਾਗੂ ਕਰਨਾ ਹੋਵੇ, ਐਗਜ਼ੀਕਿਊਟ ਕਰਨਾ ਹੋਵੇ, ਡਿਗਰੀ ਪਾਸ ਹੋਈ ਹੋਵੇ ਸਿਵਲ ਕੋਰਟ ਦੇ ਵਿੱਚ ਇੰਡੀਆ ਦੇ ਵਿੱਚ, ਐਗਜ਼ੀਕਿਊਸ਼ਨ ਆਫ ਏ ਡਿਗਰੀ ਇਹ ਕਰਨਾ ਥੋੜਾ ਆਊਟਸਾਈਡ ਇੰਡੀਆ। ਕੋਰਟ ਦੇ ਕੋਲੇ ਇੰਡੀਆ ਦੇ ਵਿੱਚ ਪਾਵਰ ਹੈਗੀ ਹੈ, ਕੋਰਟ ਦੇ ਵਿੱਚ ਇੰਡੀਆ ਦੇ ਕੋਲੇ ਕੋਰਟ ਦੇ ਵਿੱਚ ਪਾਵਰ ਹੁੰਦੀ ਹੈ ਜਦੋਂ ਕਿਸੇ ਕੰਟਰੀ ਦੀ ਆਪਸੀ ਐਗਰੀਮੈਂਟ ਕਿਸੇ ਦੂਜੀ ਕੰਟਰੀ ਦੇ ਨਾਲ ਹੋਇਆ ਹੁੰਦਾ ਹੈ, ਜਾਂ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੇ ਨੋਟੀਫਿਕੇਸ਼ਨ ਦੇ ਨਾਲ ਡਿਕਲੇਅਰ ਕੀਤਾ ਹੁੰਦਾ ਹੈ ਵੀ ਜਿਹੜਾ ਸੈਕਸ਼ਨ ਇਹ ਵਾਲਾ ਹੈਗਾ 45 ਇਹ ਸਾਡੀ ਸਟੇਟ ਵਿੱਚ ਲਾਗੂ ਹੋਏਗਾ। ਸੈਕਸ਼ਨ 45 ਐਪਲੀਕੇਬਲ ਇਨ ਆਵਰ ਸਟੇਟ। ਤਾਂ ਕੀ ਹੁੰਦਾ ਹੈ, ਦੀ ਕੋਰਟ ਹੈਗੀ ਇਨ ਇੰਡੀਆ, ਕੋਰਟ ਹੈਜ਼ ਪਾਵਰ ਟੂ ਸੈਂਡ ਦਾ ਡਿਗਰੀ, ਕੋਰਟ ਦੇ ਕੋਲ ਪਾਵਰ ਹੈਗੀ ਹੈ ਇਹ ਡਿਗਰੀ ਨੂੰ, ਆਪਦੀ ਡਿਗਰੀ ਨੂੰ, ਪਾਸ ਕੀਤੀ ਹੋਈ ਡਿਗਰੀ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਕਿਸੇ ਹੋਰ ਸਟੇਟ 'ਚ ਭੇਜਣ ਦੀ। ਇਨ ਕੋਰਟ ਆਊਟ ਆਫ ਇੰਡੀਆ ਐਸਟੈਬਲਿਸ਼ ਬਾਈ ਦਾ ਸੈਂਟਰਲ ਗਵਰਨਮੈਂਟ, ਸੈਂਟਰਲ ਗਵਰਨਮੈਂਟ ਨੇ ਸਾਡੀ ਸਟੇਟ ਨੇ ਕਿਸੇ ਹੋਰ ਕੰਟਰੀ 'ਚ ਜਾ ਕੇ ਸਾਡੀ ਕੋਈ ਕੋਰਟ ਐਸਟੈਬਲਿਸ਼ ਕੀਤੀ ਹੋਏ ਫਾਰ ਦਾ ਪਰਟੀਕੂਲਰ ਕੰਮ ਦੇ ਲਈ। ਇਫ ਸਟੇਟ ਗਵਰਨਮੈਂਟ ਬਾਈ ਨੋਟੀਫਿਕੇਸ਼ਨ ਡਿਕਲੇਅਰ ਦਿਸ ਸੈਕਸ਼ਨ ਟੂ ਅਪਲਾਈ, ਪਰ ਇੱਥੇ ਵੀ ਜੇ ਸਟੇਟ ਗਵਰਨਮੈਂਟ ਨੇ ਵੀ ਉਸ ਗੱਲ ਨੂੰ ਮੰਨਦੇ ਹੋਏ ਆਪਣੇ ਜਿਹੜਾ ਇਹ ਸੈਕਸ਼ਨ 45 ਹੈਗਾ ਇਸ ਨੂੰ ਅਪਲਾਈ ਕਰਨ ਦੀ ਖਾਤਰ ਨੋਟੀਫਿਕੇਸ਼ਨ ਕੀਤਾ ਗਿਆ ਹੋਵੇ, ਗਜ਼ਟ ਜਾਰੀ ਕੀਤੀ ਗਈ ਹੋਵੇ। ਨੈਕਸਟ ਹੈ ਸੈਕਸ਼ਨ 46 ਪ੍ਰੀਸੈਪਟਸ। ਪ੍ਰੀਸੈਪਟਸ ਕੀ ਹੁੰਦੀਆਂ ਨੇ? ਪ੍ਰੀਸੈਪਟਸ ਗਾਈਡਲਾਈਨਸ ਨੂੰ ਕਹਿੰਦੇ ਅਸੀਂ। ਜਦੋਂ ਕੋਈ ਕੋਰਟ ਡਿਗਰੀ ਜਿਹੜੀ ਕੋਰਟ ਦੇ ਵਿੱਚ ਡਿਗਰੀ ਪਾਸ ਹੋਈ ਹੈ, ਜਦੋਂ ਉਸ ਕੋਰਟ ਦੇ ਵਿੱਚ ਕੋਈ ਵਿਅਕਤੀ ਜਾ ਕੇ ਐਪਲੀਕੇਸ਼ਨ ਫਾਈਲ ਕਰਦਾ ਵੀ ਮੇਰੀ ਇਹ ਡਿਗਰੀ ਪਾਸ ਤਾਂ ਹੋ ਚੁੱਕੀ ਹੈ, ਹੁਣ ਇਹਨੂੰ ਲਾਗੂ ਕੀਤਾ ਜਾਵੇ, ਇਹਨੂੰ ਐਗਜ਼ੀਕਿਊਟ ਕੀਤਾ ਜਾਵੇ। ਕੰਸਰਨਡ ਪਾਰਟੀ ਅਰਜੀ ਦਿੰਦੀ ਹੈ, ਜਿਵੇਂ ਕਿ ਡਿਗਰੀ ਹੋਲਡਰ ਅਰਜੀ ਦਿੰਦਾ ਕੋਰਟ ਦੇ ਵਿੱਚ ਵੀ ਮੇਰੀ ਡਿਗਰੀ ਲਾਗੂ ਕੀਤੀ ਜਾਵੇ। ਤਾਂ ਜੇ ਤਾਂ ਡਿਗਰੀ ਉਹ ਕੋਰਟ ਖੁਦ ਲਾਗੂ ਕਰ ਰਹੀ ਹੈ ਫਿਰ ਤਾਂ ਗੱਲ ਵੱਖਰੀ ਹੈ, ਪਰ ਜੇਕਰ ਜਿਹੜੀ ਕੋਰਟ ਹੈਗੀ ਹੈ ਉਸ ਡਿਗਰੀ ਨੂੰ ਕਿਸੇ ਹੋਰ ਸੰਬੰਧਿਤ ਕੋਰਟ ਦੇ ਵਿੱਚ ਭੇਜਦੀ ਹੈ ਲਾਗੂ ਕਰਨ ਦੀ ਖਾਤਰ, ਤਾਂ ਜਿਹੜੀ ਕੋਰਟ ਹੈ ਭੇਜਣ ਵਾਲੀ ਉਹ ਨਾਲ ਨਾਲ ਗਾਈਡਲਾਈਨਸ ਵੀ ਭੇਜੇਗੀ, ਪ੍ਰੀਸੈਪਟਸ ਵੀ ਭੇਜੇਗੀ ਉਸ ਕੋਰਟ ਨੂੰ ਜਿੱਥੇ ਡਿਗਰੀ ਭੇਜੀ ਜਾ ਰਹੀ ਹੈ,
ਉਹਨੂੰ ਕੁਝ ਗਾਈਡਲਾਈਨ ਭੇਜੀ ਜਾਏਗੀ ਵੀ ਤੁਸੀਂ ਇਹ ਡਿਗਰੀਆਂ ਲਾਗੂ ਕਿਵੇਂ ਕਰਨੀ ਹੈ, ਕਿੰਨੇ ਪੈਸੇ ਦਾ ਲੈਣ ਦੇਣ ਹੈਗਾ, ਕਿੰਨੇ ਪੈਸੇ ਪਹਿਲਾਂ ਇਸ ਡਿਗਰੀ ਦੇ ਅਗੇਂਸਟ ਆ ਚੁੱਕੇ ਨੇ ਸਾਡੇ ਪਾਸ, ਕਿੰਨੇ ਪੈਸੇ ਬਾਕੀ ਰਹਿੰਦੇ ਨੇ, ਤੇ ਕੁਝ ਗਾਈਡਲਾਈਨਸ ਭੇਜੀਆਂ ਜਾਣਗੀਆਂ। ਔਨ ਦਾ ਐਪਲੀਕੇਸ਼ਨ ਆਫ ਅ ਡਿਗਰੀ ਹੋਲਡਰ ਕੋਰਟ ਵਿੱਚ ਪਾਸ ਦਾ ਡਿਗਰੀ ਇਸ਼ੂ ਪ੍ਰੀਸੈਪਟਸ ਟੂ ਦਾ ਐਗਜ਼ੀਕਿਊਟਿੰਗ ਕੋਰਟ। ਜਿਸ ਕੋਰਟ ਦੇ ਵਿੱਚ ਡਿਗਰੀ ਭੇਜੀ ਜਾ ਰਹੀ ਹੈ ਉਹਨੂੰ ਅਸੀਂ ਐਗਜ਼ੀਕਿਊਟਿੰਗ ਕੋਰਟ ਕਹਾਂਗੇ। ਠੀਕ ਹੈ, ਐਗਜ਼ੀਕਿਊਟਿੰਗ ਕੋਰਟ ਕਿਹੜੀ ਹੋ ਸਕਦੀ ਹੈ, ਕਿਸੇ ਹੋਰ ਸਟੇਟ ਵੀ ਹੋ ਸਕਦੀ ਹੈ, ਜਾਂ ਜਿਹੜੀ ਕੋਰਟ ਡਿਗਰੀ ਪਾਸ ਕੀਤੀ ਹੈ ਉਹਦੀ ਕੋਈ ਸਬਆਰਡੀਨੇਟ ਕੋਰਟ ਵੀ ਹੋ ਸਕਦੀ ਹੈ। ਟੂ ਅਟੈਚ ਐਨੀ ਪ੍ਰੋਪਰਟੀ ਬਿਲੋਂਗਿੰਗ ਟੂ ਦਾ ਜੇਡੀ, ਜਦੋਂ ਡਿਗਰੀ ਕੋਈ ਐਗਜ਼ੀਕਿਊਟ ਕਰਨੀ ਹੈ ਤਾਂ ਡਿਗਰੀ ਹੋਲਡਰ ਨੇ ਉਸ ਜੇਡੀ ਦੀ ਕੋਈ ਪ੍ਰੋਪਰਟੀ ਦੀ ਕੋਈ ਫਰਦ ਲਿਆ ਕੇ ਦਿੱਤੀ ਹੋਵੇ ਕੋਰਟ ਦੇ ਵਿੱਚ, ਤਾਂ ਉਹ ਫਰਦ ਨੂੰ ਨਾਲ ਲਾ ਕੇ ਭੇਜਿਆ ਜਾਏਗਾ ਐਗਜ਼ੀਕਿਊਟਿੰਗ ਕੋਰਟ ਦੇ ਵਿੱਚ। ਅਤੇ ਇਹ ਜਿਹੜੀ ਪ੍ਰੋਪਰਟੀ ਹੈਗੀ ਹੈ ਇਹਦਾ ਮਾਲਕ ਜਿਹੜੀ ਹੈਗਾ, ਇਹ ਜਿਹੜੀ ਪ੍ਰੋਪਰਟੀ ਨੂੰ ਤੁਸੀਂ ਇਹਦੇ ਉੱਤੇ ਕਾਰਵਾਈ ਕਰਕੇ ਅਟੈਚਮੈਂਟ ਕਰਕੇ ਸੇਲ ਕਰਕੇ ਜਿਹੜੀ ਡਿਗਰੀ ਹੈ ਤੁਸੀਂ ਉਹ ਸੈਟੀਸਫਾਈ ਕਰਾਉਣੀ ਹੈ, ਡਿਗਰੀ ਦੀ ਪੂਰਤੀ ਕਰਨੀ ਹੈ, ਡਿਗਰੀ ਲਾਗੂ ਕਰਨੀ ਹੈ। ਤਾਂ ਇਦਾਂ ਦੀਆਂ ਕੁਝ ਪ੍ਰੀਸੈਪਟਸ ਹੁੰਦੀਆਂ ਨੇ ਜਿਹੜੀਆਂ ਲੋੜ ਮੁਤਾਬਕ ਜਿਹੜੀਆਂ ਹੁੰਦੀਆਂ ਨੇ ਉਹ ਕੋਰਟ ਵੱਲੋਂ ਐਗਜ਼ੀਕਿਊਟਿੰਗ ਕੋਰਟ ਨੂੰ ਭੇਜ ਦਿੱਤੀਆਂ ਜਾਂਦੀਆਂ ਨੇ। ਸਰ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਆ ਫੋਰਨ ਕੋਰਟ ਨੂੰ ਵੀ ਕਹਿ ਸਕਦੀ ਡਾਇਰੈਕਸ਼ਨ ਦੇ ਸਕਦੀ ਐਗਜ਼ੀਕਿਊਟ ਕਰਨ ਦੀ। ਹਾਂਜੀ, ਫੋਰਨ ਕੋਰਟ ਦੇ ਵਿੱਚ ਵੀ ਫੋਰਨ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਨਹੀਂ, ਫੋਰਨ ਕੋਰਟ 'ਚ ਇਹਨਾਂ ਨੇ ਕਿਹਾ ਵੀ ਇੱਕ ਸੈਂਟਰਲ ਗਵਰਨਮੈਂਟ ਨੇ ਕੋਈ ਕੋਰਟ ਐਸਟੈਬਲਿਸ਼ ਕੀਤੀ ਹੋਵੇ ਫੋਰਨ ਦੇ ਵਿੱਚ। ਤਾਂ ਹੋ ਸਕਦੀ ਹੈ। ਹਾਂ, ਮੈਂ ਤਾਂ ਕੋਈ ਦੇਖਿਆ ਤਾਂ ਹੈ ਨਹੀਂ, ਪਰ ਮੇ ਵੀ ਕੋਈ ਜਦੋਂ ਜਿਹੜਾ ਇੰਡੀਆ ਪਾਕਿਸਤਾਨ ਜਿਹੜਾ ਇੰਗਲਿਸ਼ ਗਵਰਨਮੈਂਟ ਸੀਗੀ ਉਦੋਂ ਇੰਡੀਆ 'ਚ ਵੀ ਮਤਲਬ ਕਿ ਇਹਨਾਂ ਦੀਆਂ ਆਪਦੀਆਂ ਉੱਥੋਂ ਇੰਡੀਆ ਤੇ ਰਾਜ ਹੁੰਦਾ ਸੀਗਾ, ਇਹ ਉਦੋਂ ਦੇ ਕੁਝ ਬਣੇ ਹੋਏ ਹੈਗੇ ਆ। ਉਹ ਮਤਲਬ ਕਿ ਕੋਈ ਰੀਜ਼ਨ ਇਹੋ ਜਿਹੇ ਹੁੰਦੇ ਸੀਗੇ, ਕੋਈ ਕੋਰਟਾਂ ਐਸਟੈਬਲਿਸ਼ ਕੀਤੀਆਂ ਹੋਈਆਂ ਹੁਣ ਮੇ ਵੀ ਇੰਗਲੈਂਡ ਦੇ ਵਿੱਚ। ਠੀਕ ਹੈ, ਸੈਂਟਰਲ ਗਵਰਨਮੈਂਟ ਵੱਲੋਂ ਜੀ ਐਸੇ ਕੁਝ ਰੀਜ਼ਨ ਹੁੰਦੇ ਆ, ਪਰ ਮੇਰੇ ਖਿਆਲ ਹੁਣ ਤਾਂ ਮੈਂ ਕਦੇ ਦੇਖਿਆ ਨਹੀਂ ਇੱਦਾਂ ਦਾ ਕੋਈ ਕੋਰਟ ਹੋਵੇ ਜਿਹੜੀ ਸੈਂਟਰਲ ਗਵਰਨਮੈਂਟ ਨੇ ਕਿਸੇ ਹੋਰ ਕੰਟਰੀ ਜਾ ਕੇ ਐਸਟੈਬਲਿਸ਼ ਕੀਤੀ ਹੋਵੇ ਜਿੱਥੇ ਡਿਗਰੀ। ਤਾਂ ਇਹ ਪਰ ਇਹ ਰੀਜ਼ਨ ਸੀਗੇ ਜਦੋਂ ਇਹ ਐਕਟ ਬਣਿਆ ਸੀਗਾ ਉਦੋਂ ਜਿਹੜਾ ਹੈਗਾ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ, ਉਦੋਂ ਕਈ ਕੰਟਰੀ ਜਿਹੜੇ ਹੁਣ ਇੰਡੀਆ ਨੂੰ ਮਤਲਬ ਕਿ ਜਿਹੜਾ ਰਾਜ ਹੁੰਦਾ ਸੀ ਬਾਹਰ ਤੋਂ ਹੁੰਦਾ ਸੀਗਾ, ਇੱਥੇ ਕੰਟਰੋਲ ਹੁੰਦਾ ਸੀਗਾ। ਇੱਦਾਂ ਦੇ ਕੁਝ ਜੇ ਆਪਾਂ ਅਸੀਂ ਪੜ੍ਹ ਕੇ ਦੇਖਦੇ ਹਾਂ, ਤੁਸੀਂ ਰਾਜੇ ਮਹਾਰਾਜੇ ਦੀ ਗੱਲ ਵੀ ਕੀਤੀ ਗਈ, ਰਾਣੀ ਦੀ ਗੱਲ ਵੀ ਕੀਤੀ ਗਈ ਹੈ, ਇਹਦੇ ਵਿੱਚ ਪ੍ਰਿੰਸ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਕਿਉਂ ਕੀਤੀ ਗਈ ਹੈ? ਕਿਉਂਕਿ ਮਤਲਬ ਕਿ ਇੰਗਲਿਸ਼ ਗਵਰਨਮੈਂਟ ਜਿਹੜੀ ਹੈਗੀ ਰਾਜ ਕਰਦੀ ਸੀ ਕੁਛ ਉਸ ਵੇਲੇ ਸੈਂਟਰ ਆਪਣੇ ਇੰਡੀਆ ਦੇ ਉੱਪਰ। ਨੈਕਸਟ ਅਸੀਂ ਪੜਾਂਗੇ ਐਗਜ਼ੀਕਿਊਟਿੰਗ ਕੋਰਟ ਸ਼ੈਲ ਪ੍ਰੋਸੀਡ ਟੂ ਅਟੈਚ ਦਾ ਪ੍ਰੋਪਰਟੀ ਆਫ ਦਾ ਜੇਡੀ। ਜਦੋਂ ਐਗਜ਼ੀਕਿਊਟਿੰਗ ਕੋਰਟ ਦੇ ਕੋਲੇ ਕੋਈ ਡਿਗਰੀ ਪਹੁੰਚ ਗਈ ਤੇ ਨਾਲ ਕੋਈ ਫਰਦ ਲਾ ਕੇ ਆ ਗਈ, ਡਿਗਰੀ ਹੋਲਡਰ ਨੇ ਫਰਦ ਕੋਈ ਪੇਸ਼ ਕਰ ਦਿੱਤੀ ਜੇਡੀ ਦੀ, ਠੀਕ ਹੈ, ਤਾਂ ਐਗਜ਼ੀਕਿਊਟਿੰਗ ਜਿਹੜੀ ਕੋਰਟ ਹੈਗੀ ਆ ਉਹ ਆਪਦੀ ਕਾਰਵਾਈ ਸਟਾਰਟ ਕਰੇਗੀ। ਕੀ ਕਰੇਗੀ? ਉਹ ਪ੍ਰੋਪਰਟੀ ਨੂੰ ਅਟੈਚ ਕਰਨ ਦੇ ਸੰਬੰਧ ਵਿੱਚ ਜਿਹੜੀ ਕਾਰਵਾਈਆਂ ਸਟਾਰਟ ਕਰੇਗੀ, ਯਾਨੀ ਕਿ ਅਟੈਚਮੈਂਟ ਦਾ ਆਰਡਰ ਕਰੇਗੀ, ਕੁਰਕੀ ਦਾ ਆਰਡਰ ਕਰੇਗੀ। ਪ੍ਰੋਵਾਈਡਡ ਨਾਲ ਸ਼ਰਤ ਵੀ ਦਿੱਤੀ ਵੀ ਹੈ ਵੀ ਜੇ ਅਟੈਚ ਕਰਨੀ ਹੈ ਤਾਂ ਕਿੰਨੇ ਸਮੇਂ ਲਈ ਕਰਨੀ ਹੈ ਕਿਸੇ ਦੀ ਪ੍ਰੋਪਰਟੀ ਨੂੰ। ਇਸ ਸੰਬੰਧ ਦੇ ਵਿੱਚ ਪ੍ਰੋਵਾਈਡਡ ਅਟੈਚਮੈਂਟ ਪੀਰੀਅਡ ਮੈਕਸਿਮਮ 2 ਮੰਥ ਦਾ ਹੋ ਸਕਦਾ ਹੈ। 2 ਮਹੀਨੇ ਤੋਂ ਬਾਅਦ ਅਟੈਚਮੈਂਟ ਨਹੀਂ ਕੀਤੀ ਜਾ ਸਕਦੀ ਕਿਸੇ ਪ੍ਰੋਪਰਟੀ ਨੂੰ ਅਨਲੈਸ ਐਕਸਟੈਂਡਡ ਬਾਈ ਦਾ ਕੋਰਟ ਪਾਸ ਦਾ ਡਿਗਰੀ। ਜੇਕਰ ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਗਈ ਹੋਵੇ, ਜੋ ਸਮਾਂ ਵਧਾਉਣ ਦੀ ਗੱਲ ਵੱਖਰੀ ਹੈ, ਅਦਰਵਾਈਜ਼ ਜਿਹੜਾ ਮੈਕਸਿਮਮ ਪੀਰੀਅਡ ਹੈਗਾ ਉਹ 2 ਮਹੀਨੇ ਦਾ ਹੁੰਦਾ ਹੈਗਾ ਅਟੈਚਮੈਂਟ ਕਰਨ ਦਾ। ਔਰ ਡਿਗਰੀ ਹੈਜ਼ ਬੀਨ ਟ੍ਰਾਂਸਫਰਡ ਟੂ ਦਾ ਕੋਰਟ ਹੂ ਅਟੈਚਡ, ਜਾਂ ਫਿਰ ਡਿਗਰੀ ਜਿਹੜੀ ਹੈਗੀ ਹੈ 2 ਮਹੀਨੇ ਦਾ ਸਮਾਂ ਹੁੰਦਾ ਹੈ, ਜਾਂ 2 ਮਹੀਨੇ ਤੋਂ ਸਮਾਂ ਵੱਧ ਸਕਦਾ ਹੈ ਜੇਕਰ ਕਿਸੇ ਹਾਲਾਤ ਦੇ ਵਿੱਚ ਜਿਹੜੀ ਡਿਗਰੀ ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਹੁੰਦੀ ਹੈ ਉਹ ਕੋਰਟ ਡਿਗਰੀ ਨੂੰ ਵਾਪਸ ਨਾ ਮੰਗਾ ਲਵੇ। ਡਿਗਰੀ ਹੋਲਡਰ ਹੈਜ਼ ਅਪਲਾਈਡ ਫਾਰ ਦਾ ਸੇਲ। ਇਹ 2-3 ਰੀਜ਼ਨ ਹੈਗੇ ਆ ਜਿਹਦੇ ਕਰਕੇ ਜਿਹੜੀ ਸਮਾਂ ਹੈਗਾ ਜਨਰਲ ਦੇ ਵਿੱਚ ਜਿਹੜਾ ਸਮਾਂ ਹੈਗਾ ਅਟੈਚਮੈਂਟ ਦਾ ਉਹ 2 ਮੰਥ ਦਾ ਹੈਗਾ। 2 ਮਹੀਨੇ ਤੋਂ ਵੱਧ ਜਿਹੜੀ ਹੈਗੀ ਅਟੈਚਮੈਂਟ ਨਹੀਂ ਕੀਤੀ ਜਾ ਸਕਦੀ। ਨੈਕਸਟ ਹੈ ਸੈਕਸ਼ਨ 47 ਕੁਐਸਚਨਸ ਟੂ ਬੀ ਡਿਟਰਮਾਈਨਡ ਬਾਈ ਦਾ ਕੋਰਟ ਐਗਜ਼ੀਕਿਊਟਿੰਗ ਡਿਗਰੀ। ਫਿਰ ਕਹਿੰਦਾ ਕਈ ਕੁਐਸਚਨ ਰਾਈਜ਼ ਹੁੰਦੇ ਆ ਜਦੋਂ ਕੋਈ ਡਿਗਰੀ ਲਾਗੂ ਕਰਨੀ ਹੁੰਦੀ ਹੈ, ਕੋਈ ਡਿਗਰੀ ਦੀ ਐਡਮਿਸ਼ਨ ਕਰਨੀ ਹੁੰਦੀ ਹੈ, ਤਾਂ ਬਹੁਤ ਸਾਰੇ ਕੁਐਸਚਨ ਜਿਹੜੇ ਹੁੰਦੇ ਆ ਉਹ ਰਾਈਜ਼ ਹੁੰਦੇ ਆ ਰਿਗਾਰਡਿੰਗ ਦੋ ਪਾਰਟੀਆਂ ਦੇ ਵਿਚਕਾਰ, ਰਿਗਾਰਡਿੰਗ ਐਗਜ਼ੀਕਿਊਸ਼ਨ ਨੂੰ ਲੈ ਕੇ, ਡਿਸਚਾਰਜ ਨੂੰ ਲੈ ਕੇ ਔਰ ਸੈਟੀਸਫੈਕਸ਼ਨ ਨੂੰ ਲੈ ਕੇ। ਕਈ ਵਾਰੀ ਇਹ ਕਿਹਾ ਜਾਂਦਾ ਹੈ ਜਿਹੜਾ ਜੇਡੀ ਹੁੰਦਾ ਹੈ ਵੀ ਮੈਂ ਇਹ ਡਿਗਰੀ ਜਿਹੜੀ ਹੈਗੀ ਹੈ 5 ਲੱਖ ਰੁਪਏ ਦੀ ਹੈਗੀ ਹੈ, ਮੈਂ ਤਾਂ 2 ਲੱਖ ਰੁਪਇਆ ਮੈਨੇ ਵੀ ਤਾਂ ਲੈਣਾ ਹੈ, ਠੀਕ ਹੈ, ਲੱਖ ਰੁਪਇਆ ਮੈਨੇ ਵੀ ਲੈਣਾ ਹੈ, ਜਾਂ ਮੈਂ ਡਿਗਰੀ ਦੀ ਸਾਰੀ ਪੇਮੈਂਟ ਦੇ ਚੁੱਕਿਆ, ਡਿਗਰੀ ਸੈਟੀਸਫਾਈ ਹੋ ਚੁੱਕੀ ਹੈ। ਇਦਾਂ ਦੇ ਜਿਹੜੇ ਕੁਐਸਚਨਸ ਹੁੰਦੇ ਆ ਦੋਨੇ ਪਾਰਟੀਆਂ ਦੇ ਵਿਚਕਾਰ, ਡਿਗਰੀ ਹੋਲਡਰ ਤੇ ਜੇਡੀ ਦੇ ਵਿਚਕਾਰ, ਉਹ ਜਿਹੜੇ ਕੁਐਸਚਨਸ ਨੇ ਉਹਨਾਂ ਕੁਐਸਚਨ ਨੂੰ ਕੌਣ ਕਰੇਗਾ ਡਿਸਾਈਡ? ਜਿਹੜੀ ਐਗਜ਼ੀਕਿਊਟਿੰਗ ਕੋਰਟ ਹੈ ਉਸਨੇ ਉਹਨਾਂ ਕੁਐਸਚਨ ਨੂੰ ਡਿਸਾਈਡ ਕਰਨਾ ਹੈਗਾ। ਸ਼ੈਲ ਬੀ ਡਿਟਰਮਾਈਨਡ ਬਾਈ ਦਾ ਐਗਜ਼ੀਕਿਊਟਿੰਗ ਕੋਰਟ। ਨੋ ਸੈਪਰੇਟ ਸੂਟ, ਇਸ ਗੱਲ ਦੇ ਲਈ
ਕੋਈ ਵੱਖਰਾ ਸੂਟ ਫਾਈਲ ਕਰਨ ਦੀ ਲੋੜ ਨਹੀਂ, ਨਾ ਜੇਡੀ ਨੂੰ ਤੇ ਨਾ ਡਿਗਰੀ ਹੋਲਡਰ ਨੂੰ। ਇਹ ਵਾਲੇ ਕੁਐਸਚਨ ਨੇ ਕੋਈ ਡਿਗਰੀ ਦੀ ਐਗਜ਼ੀਕਿਊਸ਼ਨ ਨੂੰ ਲੈ ਕੇ, ਡਿਗਰੀ ਦੀ ਡਿਸਚਾਰਜ ਨੂੰ ਲੈ ਕੇ, ਜਾਂ ਡਿਗਰੀ ਦੀ ਸੈਟੀਸਫੈਕਸ਼ਨ ਨੂੰ ਲੈ ਕੇ। ਸੈਟੀਸਫੈਕਸ਼ਨ ਮਤਲਬ ਵੀ ਫੁੱਲ ਪੇਮੈਂਟ ਹੈਜ਼ ਬੀਨ ਪੇਡ ਬਾय द जेडी टू द डिग्री होल्डर। डिस्चार्ज मतलब सम ऑफ द अमाउंट, पार्शियल अमाउंट हैज बीन पेड बाय द जेडी टू द डिग्री होल्डर। डिग्री जेडी कहता मैं ਇਹਦੀ ਕੁਝ ਅਮਾਉਂਟ ਦੇ ਚੁੱਕਿਆ। ਐਗਜ਼ੀਕਿਊਸ਼ਨ ਲਾਗੂ ਕਰਨ ਦੀ ਖਾਤਰ ਇਦਾਂ ਦੇ ਕੁਝ ਕੁਐਸਚਨਸ ਜੇ ਹੈਗੇ ਤਾਂ they have to be decided by the civil court, sorry executing court. There is no need to file a separate suit by the JD or by the degree holder. Next is subsection 3, the questions regarding any person is or is not representative. ਕਈ ਵਾਰੀ ਕੁਐਸਚਨ ਇਹ ਵੀ ਹੋ ਜਾਂਦਾ ਹੈ ਜਿਹੜਾ ਜਿਹੜੀ ਹੈ ਉਹਦੀ ਡੈਥ ਹੋ ਚੁੱਕੀ, ਠੀਕ ਹੈ, ਜਿਹਦੇ ਖਿਲਾਫ ਡਿਗਰੀ ਪਾਸ ਹੋਈ ਸੀ ਉਹਦੀ ਡੈਥ ਹੋ ਚੁੱਕੀ, ਵੀ ਉਹਦੇ ਹੁਣ ਵਾਰਸ ਕੌਣ ਨੇ, ਕਿਹੜੇ ਵਾਰਸ ਨੇ, ਕਿਹਦੇ ਖਿਲਾਫ ਜਿਹੜੀ ਡਿਗਰੀ ਆ ਉਹ ਲਾਗੂ ਕੀਤੀ ਜਾਵੇ, ਕਿਹਦੀ ਪ੍ਰੋਪਰਟੀ ਅਟੈਚ ਕੀਤੀ ਜਾਵੇ। ਇਸ ਗੱਲ ਨੂੰ ਲੈ ਕੇ ਵੀ ਕੁਐਸਚਨ ਰਾਈਜ਼ ਹੋ ਸਕਦਾ ਹੈ। ਰਿਪਰੈਜ਼ੈਂਟੇਟਿਵ ਨੂੰ ਉਹ ਕਹਿੰਦਾ ਉਹ ਇਹਦੇ ਰਿਪਰੈਜ਼ੈਂਟੇਟਿਵ ABC ਹੈ, ਦੂਜਾ ਪਾਰਟੀ ਕਹਿੰਦੀ ਇਹਦੇ ਰਿਪਰੈਜ਼ੈਂਟ BC ਹੈ, ਠੀਕ ਹੈ। ਇਸ ਗੱਲ ਨੂੰ ਲੈ ਕੇ ਵੀ ਜੇ ਕੋਈ ਰਿਪਰੈਜ਼ੈਂਟੇਟਿਵ ਨੂੰ ਲੈ ਕੇ ਕੋਈ ਕੁਐਸਚਨ ਰਾਈਜ਼ ਹੁੰਦਾ ਤਦ ਵੀ ਜਿਹੜਾ ਹੈਗਾ ਇਹ ਐਗਜ਼ੀਕਿਊਟਿੰਗ ਕੋਰਟ ਵੱਲੋਂ ਹੀ ਮਤਲਬ ਕਿ ਉਹਦਾ ਫੈਸਲਾ ਕੀਤਾ ਜਾਵੇਗਾ। ਪਲੈਂਟਿਵ ਐਂਡ ਡਿਫੈਂਡੈਂਟ, ਜਦੋਂ ਕੋਈ ਐਸਾ ਕੁਐਸਚਨ ਰਾਈਜ਼ ਹੁੰਦਾ ਤਾਂ ਉਹਨੂੰ ਪਲੈਂਟਿਵ ਵੈਸੇ ਤਾਂ ਡਿਗਰੀ ਹੋਲਡਰ ਤੇ ਜੇਡੀ ਕਿਹਾ ਜਾਏਗਾ, ਪਰ ਜਦੋਂ ਕਿਸੇ ਐਸੇ ਕੁਐਸਚਨ ਦਾ ਕੋਈ ਫੈਸਲਾ ਕਰਨਾ ਹੈ ਤਾਂ ਇੱਕ ਪਾਰਟੀ ਪਲੈਂਟਿਵ ਹੋਏਗੀ, ਦੂਜੀ ਪਾਰਟੀ ਡਿਫੈਂਡੈਂਟ ਹੋਏਗੀ। ਇਹਦੇ ਵਿੱਚ ਐਕਸਪਲੇਨੇਸ਼ਨ 2 ਦੇ ਵਿੱਚ ਕੀ ਕਿਹਾ ਗਿਆ, ਪਰਚੇਜ਼ਰ ਆਫ ਦਾ ਪ੍ਰੋਪਰਟੀ ਇਨ ਸੇਲ। ਜਦੋਂ ਕੋਈ ਪ੍ਰੋਪਰਟੀ ਅਟੈਚਮੈਂਟ ਕੀਤੀ ਗਈ, ਅਟੈਚਮੈਂਟ ਤੋਂ ਬਾਅਦ ਕੋਈ ਪ੍ਰੋਪਰਟੀ ਸੇਲ ਕੀਤੀ ਜਾ ਰਹੀ ਹੈ ਐਗਜ਼ੀਕਿਊਸ਼ਨ ਦੇ ਸੰਬੰਧ ਵਿੱਚ, ਤਾਂ ਜਿਹੜੀ ਸੇਲ ਡੀਮਡ ਪਾਰਟੀ ਪਰਚੇਜ਼ਰ ਆਫ ਦਾ ਪ੍ਰੋਪਰਟੀ ਇਨ ਦਾ ਸੇਲ ਡੀਮਡ ਪਾਰਟੀ ਦਾ ਸੂਟ, ਜਦੋਂ ਕੋਈ ਪ੍ਰੋਪਰਟੀ ਪਰਚੇਜ਼ ਕਰ ਲੈਂਦਾ ਹੈ ਸੇਲ ਦੇ ਵਿੱਚ, ਡਿਗਰੀ ਦੀ ਐਗਜ਼ੀਕਿਊਸ਼ਨ ਕੀਤੀ ਜਾ ਰਹੀ ਹੈ, ਅਟੈਚਮੈਂਟ ਹੋ ਗਈ, ਅਟੈਚਮੈਂਟ ਤੋਂ ਬਾਅਦ ਸੇਲ ਹੋ ਗਈ ਜਾਂ ਡਾਇਰੈਕਟ ਸੇਲ ਹੋ ਗਈ, ਠੀਕ ਹੈ, ਤਾਂ ਜਿਹੜਾ ਪਰਚੇਜ਼ਰ ਹੈਗਾ ਉਹ ਵੀ ਇੱਕ ਪਾਰਟੀ ਬਣ ਜਾਂਦਾ ਹੈ ਇਸ ਸੂਟ ਦੇ ਵਿੱਚ। ਇਹਦੇ ਵਿੱਚ ਕੁਐਸਚਨ ਰਿਲੇਟਿੰਗ ਟੂ ਡਿਲੀਵਰੀ ਆਫ ਪੋਜੈਸ਼ਨ ਟੂ ਦਾ ਪਰਚੇਜ਼ਰ। ਫਿਰ ਕਈ ਵਾਰੀ ਕੁਐਸਚਨ ਖੜਾ ਹੋ ਜਾਂਦਾ ਹੈ ਕਬਜ਼ੇ ਨੂੰ ਲੈ ਕੇ, ਵੀ ਡਿਗਰੀ ਜਿਹੜੀ ਪ੍ਰੋਪਰਟੀ ਦੀ ਸੇਲ ਹੋ ਗਈ, ਸੇਲ ਹੋਣ ਤੋਂ ਬਾਅਦ ਕਿਸ ਵਿਅਕਤੀ ਨੇ ਇਹ ਪ੍ਰੋਪਰਟੀ ਪਰਚੇਜ਼ ਕੀਤੀ, ਉਹਨੂੰ ਕਬਜ਼ਾ ਦਿੱਤਾ ਜਾਵੇ, ਕਿਵੇਂ ਦਿੱਤਾ ਜਾਵੇ, ਕਿਸ ਤਰ੍ਹਾਂ ਦਿੱਤਾ ਜਾਵੇ। ਇਹ ਕਬਜ਼ੇ ਨੂੰ ਲੈ ਕੇ ਫਸਲ ਖੜੀ ਹੈ ਨਹੀਂ ਖੜੀ, ਐਗਜ਼ੀਕਿਊਸ਼ਨ ਦੇ ਲਈ ਜਿਹੜਾ ਹੈਗਾ ਵਾਰੰਟ ਆ ਗਿਆ ਕੋਰਟ ਦੇ ਵੱਲੋਂ, ਵਾਰੰਟ ਚਲਾ ਗਿਆ ਤਹਿਸੀਲਦਾਰ ਕੋਲੇ, ਤਹਿਸੀਲਦਾਰ ਤੋਂ ਚਲਾ ਗਿਆ ਕਾਨੂੰਗੋ ਪਾਸ, ਠੀਕ ਹੈ। ਕਾਨੂੰਗੋ ਉਸ ਕਬਜ਼ੇ ਨੂੰ ਲੈ ਕੇ ਵਾਰੰਟ ਨੂੰ ਲੈ ਕੇ ਖੇਤਾਂ ਵਿੱਚ ਜਾਂਦੇ ਆ ਜਦੋਂ ਸਾਡਾ ਰੈਵਨਿਊ ਸਟਾਫ, ਉੱਥੇ ਕੋਈ ਕੁਐਸਚਨ ਰਾਈਜ਼ ਹੁੰਦਾ ਹੈਗਾ, ਫਸਲ ਖੜੀ ਹੈ ਮੌਕੇ ਤੇ, ਇੱਕ ਪਾਰਟੀ ਟਾਈਮ ਮੰਗਦੀ ਹੈ, ਦੂਜੀ ਪਾਰਟੀ ਕਹਿੰਦੀ ਟਾਈਮ ਮੈਂ ਨਹੀਂ ਦੇਣਾ ਹੈਗਾ, ਇੱਦਾਂ ਦਾ ਕੋਈ ਕੁਐਸਚਨ ਰਾਈਜ਼ ਹੁੰਦਾ ਹੈਗਾ। ਡਿਲੀਵਰੀ ਆਫ ਪੋਜੈਸ਼ਨ ਦੇ ਸੰਬੰਧ ਵਿੱਚ ਬਹੁਤ ਸਾਰੇ ਕੁਐਸਚਨ ਰਾਈਜ਼ ਹੁੰਦੇ ਆਪਾਂ ਦੇਖਦੇ ਹਾਂ ਰੋਜ਼, ਆਪਾਂ ਜਿਹੜੇ ਹੈਗੇ ਕਬਜ਼ੇ ਕਾਰਵਾਈਆਂ ਕਰਦੇ ਹਾਂ। ਜਦੋਂ ਵੀ ਇੱਦਾਂ ਦਾ ਕੋਈ ਕੁਐਸਚਨ ਰਾਈਜ਼ ਹੁੰਦਾ ਤਾਂ ਅਸੀਂ ਕੋਰਟ ਨੂੰ ਲਿਖ ਕੇ ਭੇਜਾਂਗੇ ਵੀ ਆਹ ਪ੍ਰੋਬਲਮ ਹੈਗੀ ਹੈ ਜਾਂ ਉੱਥੇ ਲੜਾਈ ਝਗੜਾ ਹੋਣ ਦਾ ਖਤਰਾ ਹੈ, ਪੁਲਿਸ ਚਾਹੀਦੀ ਹੈ, ਠੀਕ ਹੈ। ਜੋ ਵੀ ਕਿਸੇ ਤਰ੍ਹਾਂ ਦਾ ਕੁਐਸਚਨ ਕਬਜ਼ੇ ਨੂੰ ਲੈ ਕੇ, ਕਾਰਵਾਈ ਨੂੰ ਲੈ ਕੇ ਹੁੰਦਾ ਹੈਗਾ, ਤਾਂ ਵੀ ਜਿਹੜੀ ਹੈਗੀ ਐਗਜ਼ੀਕਿਊਟਿੰਗ ਕੋਰਟ ਦੇ ਵਿੱਚ ਉਹ ਜਿਹੜੀ ਰਿਪੋਰਟ ਜਾਏਗੀ, ਉਸ ਰਿਪੋਰਟ ਦੇ ਆਧਾਰ ਤੇ ਜਿਹੜੀ ਐਗਜ਼ੀਕਿਊਟਿੰਗ ਕੋਰਟ ਹੈ ਉਹਨੇ ਦੇਖਣਾ ਕੀ ਕਰਨਾ ਫਿਰ, ਵੀ ਡਿਗਰੀ ਜਿਹੜੀ ਐਗਜ਼ੀਕਿਊਸ਼ਨ ਹੈ, ਡਿਲੀਵਰੀ ਆਫ ਪੋਜੈਸ਼ਨ ਹੈ, ਇਮੀਡੀਏਟ ਕਰਨਾ ਹੈ ਜਾਂ ਵੇਟ ਕਰਨੀ ਹੈ, ਜਾਂ ਪੁਲਿਸ ਪਾਰਟੀ ਨਾਲ ਭੇਜਣੀ ਹੈ ਜਾਂ ਨਹੀਂ ਭੇਜਣੀ ਹੈਗੀ। ਯਾਨੀ ਕਿ ਇਹ ਸਾਰੇ ਜਿਹੜੇ ਕੁਐਸਚਨ ਹੈਗੇ ਆ ਉਹ ਐਗਜ਼ੀਕਿਊਟਿੰਗ ਕੋਰਟ ਵੱਲੋਂ ਹੀ ਡਿਸਾਈਡ ਕੀਤੇ ਜਾਂਦੇ ਆ। ਦੁਬਾਰਾ ਉਹਨਾਂ ਨੂੰ ਡਿਗਰੀ ਜਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਹੈ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਐਗਜ਼ੀਕਿਊਟਿੰਗ ਕੋਰਟ ਇਜ਼ ਅਥੋਰਾਈਜ਼ਡ ਟੂ ਡਿਸਾਈਡ ਆਲ ਦਾ ਕੁਐਸਚਨਸ, ਟਾਈਮ ਟੂ ਟਾਈਮ ਜੇ ਵੀ ਕੁਐਸਚਨ ਰਾਈਜ਼ ਹੁੰਦੇ ਆ ਉਹਦਾ ਫੈਸਲਾ ਕਰਨ ਦਾ। ਨੈਕਸਟ ਹੈਗਾ ਸੈਕਸ਼ਨ 48 ਅਮਿਟ ਹੋ ਚੁੱਕਿਆ ਹੈ। ਸੈਕਸ਼ਨ 49 ਹੈਗਾ ट्रांसफरी। ट्रांसफरी कौन होता है? ट्रांसफरी पर्सन इन फेवर डिग्री हैज बीन ट्रांसफर्ड। कई बार की होंगे, देखो ये ट्रांसफरी इतने डिग्री ट्रांसफर की गल की गई है। कई बार की हैगा कुछ पार्टियां जो डिग्री है डिग्री भी ट्रांसफर कर देंगे अगे अगे, लेन देन की डिग्री है कोई, इट मे आल्सो भी ट्रांसफर्ड, ठीक है। जिस व्यक्ति को डिग्री चली गई, पर्सन इन फेवर डिग्री हैज बीन ट्रांसफर्ड, उन्होंने ਅਸੀਂ ट्रांसफरी कहने हैं। जिस हक की डिग्री ट्रांसफर कर दी गई उन्होंने ਅਸੀਂ ट्रांसफरी कहने हैं। नैक्सट है 50 सैक्शन 50 लीगल रिप्रेजेंटेटिव LRs। LRs कौन होंगे? LRs देखो डिग्री होल्डर के LR भी हो सकते हैं, जेडी के LR भी हो सकते हैं। जे किसी एक पार्टी की डेथ हो जाती है, चाहे जेडी की डेथ होगी चाहे डिग्री होल्डर की डेथ होगी, ਜਿਹੜੇ ਉਹਦੇ ਵਾਰਸ ਬਣ ਗਏ, ਜਿਹੜੇ ਉਹ ਵਾਰਸ ਜਿਹੜੇ ਉਹ ਪ੍ਰੋਪਰਟੀ ਨੂੰ ਮਤਲਬ ਕਿ ਜਿਨ੍ਹਾਂ ਦੇ ਹੱਕ ਦੇ ਵਿੱਚ ਪ੍ਰੋਪਰਟੀ ਜਾਏਗੀ, ਠੀਕ ਹੈ, ਤੇ ਉਹਨਾਂ ਨੂੰ ਅਸੀਂ ਰਿਪਰੈਜ਼ੈਂਟ ਕਹਿ ਸਕਦੇ ਹਾਂ।
where JD dies before the satisfaction of a degree holder can apply to the court to execute against the LRs। ਜਿਹੜੀ ਦੀ ਡੈਥ ਹੋ ਜਾਂਦੀ ਹੈ, ਡਿਗਰੀ ਸੈਟੀਸਫਾਈ ਨਹੀਂ ਹੋਈ, ਠੀਕ ਹੈ, ਮਤਲਬ ਪੈਸੇ ਨਹੀਂ ਮਿਲੇ ਮਾਲਕ ਨੂੰ, ਉਸ ਨੂੰ ਡਿਗਰੀ ਹੋਲਡਰ ਨੂੰ ਨਾ ਪੈਸੇ ਮਿਲੇ ਜਾਂ ਨਾ ਕੋਈ ਜ਼ਮੀਨ ਦਾ ਕਬਜ਼ਾ ਮਿਲਿਆ, ਠੀਕ ਹੈ, ਤਾਂ ਜਿਹੜਾ ਜਿਹੜੀ ਹੈਗਾ ਡਿਗਰੀ ਹੋਲਡਰ ਹੈਗਾ ਕੋਰਟ 'ਚ ਅਰਜ਼ੀ ਦੇਵੇਗਾ ਵੀ ਇਹ ਬੰਦਾ ਜਿਹੜਾ ਹੈਗਾ ਸੀ ਜਿਹੜੀ ਦੀ ਡੈਥ ਹੋ ਚੁੱਕੀ, ਉਹਦੇ ਵਾਰਸ ਹੈਗੇ ਆ, ਇਹਨਾਂ ਦੇ ਖਿਲਾਫ ਜਿਹੜੀ ਡਿਗਰੀ ਹੈਗੀ ਹੈ ਉਹ ਲਾਗੂ ਕੀਤੀ ਜਾਵੇ, ਡਿਗਰੀ ਐਗਜ਼ੀਕਿਊਟ ਕੀਤੀ ਜਾਵੇ। LR ਸ਼ੈਲ ਬੀ ਲਾਇਬਲ ਓਨਲੀ ਟੂ ਦ ਐਕਸਟੈਂਟ ਆਫ ਦਾ ਪ੍ਰੋਪਰਟੀ ਆਫ ਦਾ ਡਿਸੀਜ਼। ਜਿਹੜਾ LR ਹੈਗਾ, LR ਦੇ ਕੋਲੇ ਆਪਦੀ ਕੋਈ ਹੋਰ ਵੀ ਪ੍ਰੋਪਰਟੀ ਹੋ ਸਕਦੀ ਹੈ, ਠੀਕ ਹੈ, LR ਕੋਲੇ ਜਿਹੜੀ ਪ੍ਰੋਪਰਟੀ ਨੂੰ ਡਿਵੋਲਵ ਹੋ ਕੇ ਆਈ ਹੈ ਜਿਹੜੀ ਤੋਂ, ਉਹ ਪ੍ਰੋਪਰਟੀ ਵੀ ਹੋ ਸਕਦੀ ਹੈ, ਬਟ ਇੱਥੇ ਜਿਹੜਾ ਇੱਥੇ ਕਿਹਾ ਗਿਆ ਹੈਗਾ ਜਿਹੜਾ ਜਿਹੜੀ ਹੈਗਾ LR ਹੈਗਾ ਸ਼ੈਲ ਬੀ ਲਾਇਬਲ ਓਨਲੀ ਟੂ ਦ ਐਕਸਟੈਂਟ ਆਫ ਦਾ ਪ੍ਰੋਪਰਟੀ ਆਫ ਦਾ ਡਿਸੀਜ਼ਡ ਵਿਚ ਹੈਜ਼ ਕਮ ਟੂ ਹਿਸ ਹੈਂਡਸ। ਜਿਹੜੀ ਪ੍ਰੋਪਰਟੀ ਉਸ ਨੂੰ ਆਈ ਹੈ, ਮਿਲੀ ਹੈ ਜਿਹੜੀ ਦੀ ਡੈਥ ਹੋਣ ਤੋਂ ਬਾਅਦ, ਉਸ ਪ੍ਰੋਪਰਟੀ ਦੇ ਅਗੇਂਸਟ ਹੀ ਜਿਹੜੀ ਡਿਗਰੀ ਹੈਗੀ ਹੈ ਉਹ ਸੈਟੀਸਫਾਈ ਕੀਤੀ ਜਾ ਸਕਦੀ ਹੈ, ਉਸ ਪ੍ਰੋਪਰਟੀ ਨੂੰ ਹੀ ਵੇਚ ਕੇ ਅਟੈਚਮੈਂਟ ਕਰਕੇ ਯਾਨੀ ਕਿ ਜਿਹੜੀ ਡਿਗਰੀ ਹੈ ਉਹ ਲਾਗੂ ਕੀਤੀ ਜਾ ਸਕਦੀ। ਨਾਟ ਡਿਊਲੀ ਡਿਸਪੋਜ਼ਡ, ਪਰ ਜਿਹੜੀ ਪ੍ਰੋਪਰਟੀ ਕੋਈ ਪਹਿਲਾਂ ਤੋਂ ਪਹਿਲਾਂ ਡਿਸਪੋਜ਼ ਹੋ ਚੁੱਕੀ, ਉਹਨੂੰ ਅਟੈਚਮੈਂਟ ਜਾਂ ਸੇਲ ਉਹਨੂੰ ਨਹੀਂ ਕੀਤਾ ਜਾ ਸਕਦਾ। ਔਨ ਦਾ ਐਪਲੀਕੇਸ਼ਨ ਆਫ ਡਿਗਰੀ ਹੋਲਡਰ ਕੋਰਟ ਕੈਨ ਕੰਪੈਲ ਟੂ ਪ੍ਰੋਡਿਊਸ। ਪਰ ਦੇਖੋ ਇੱਥੇ ਗੱਲ ਥੋੜੀ ਜਿਹੀ ਟੈਕਨੀਕਲ ਹੈਗੀ ਹੈ। ਮੇਬੀ ਜਿਹੜੀ ਦੀ ਡੈਥ ਹੋ ਗਈ, ਜਿਹੜੀ ਦੀ ਡੈਥ ਹੋਣ ਤੋਂ ਬਾਅਦ ਇਮੀਡੀਏਟਲੀ ਜਾਂ ਡਿਗਰੀ ਹੋਲਡਰ ਉਹਦੇ ਕੋਈ ਵਾਰਸ ਹੈਗੇ, ਉਹਨੇ ਕੋਈ ਪ੍ਰੋਪਰਟੀ ਸੇਲ ਕਰ ਦਿੱਤੀ ਜਿਹੜੀ ਦੀ ਡੈਥ ਹੋਣ ਤੋਂ ਬਾਅਦ ਹੀ, ਇਮੀਡੀਏਟਲੀ ਕੁਝ ਸਮੇਂ ਦੇ ਵਿੱਚ ਐਪਲੀਕੇਸ਼ਨ ਦੇਣ ਤੋਂ ਪਹਿਲਾਂ ਹੀ ਡਿਗਰੀ ਹੋਲਡਰ ਨੇ ਕੋਰਟ ਜਾ ਕੇ ਅਰਜ਼ੀ ਦਿੱਤੀ ਵੀ ਵਾਰਸਾਂ ਦੇ ਖਿਲਾਫ ਡਿਗਰੀ ਲਾਗੂ ਕੀਤੀ ਜਾਵੇ, ਪਰ ਵਾਰਸਾਂ ਨੇ ਕੁਝ ਪ੍ਰੋਪਰਟੀ ਸੇਲ ਕਰ ਦਿੱਤੀ, ਠੀਕ ਹੈ, ਫਿਰ ਕੋਰਟ ਜਿਹੜੀ ਹੈਗੀ ਆ ਔਨ ਦਾ ਐਪਲੀਕੇਸ਼ਨ ਆਫ ਦਾ ਡਿਗਰੀ ਹੋਲਡਰ ਕੋਰਟ ਕੈਨ ਕੰਪੈਲ ਟੂ ਪ੍ਰੋਡਿਊਸ ਦਾ ਅਕਾਊਂਟ ਰਿਗਾਰਡਿੰਗ ਦਾ ਸੇਲ ਆਫ ਦਾ ਪ੍ਰੋਪਰਟੀ। ਜਿਹੜੀ ਕੋਰਟ ਹੈਗੀ ਆ LR ਨੂੰ ਕਹਿ ਸਕਦੀ ਹੈ ਵੀ ਜਿਹੜੀ ਤੁਸੀਂ ਪ੍ਰੋਪਰਟੀ ਵੇਚੀ ਸੀ ਸਾਨੂੰ ਉਹਦਾ ਹਿਸਾਬ ਕਿਤਾਬ ਦਿਓ, ਉਹ ਪੈਸਾ ਕਿੱਥੇ ਖਰਚ ਕੀਤਾ ਹੈਗਾ। ਜੇਕਰ ਜਿਹੜੇ LRs ਹੈਗੇ ਨੇ ਉਹ ਸੈਟੀਸਫਾਈ ਕਰਾਉਂਦੇ ਕੋਰਟ ਨੂੰ ਵੀ ਸਾਡੇ ਜਿਹੜਾ ਫਾਦਰ ਸੀ ਉਹਦੀ ਡੈਥ ਹੋਈ ਸੀ, ਉਹਦੀ ਡੈਥ ਹੋਣ ਤੋਂ ਬਾਅਦ ਸਾਨੂੰ ਜਿਹੜੀ ਪੈਸੇ ਸੀ ਲੋੜ ਸੀਗੀ, ਜਾਂ ਉਹਦੇ ਅਸੀਂ ਕੋਈ ਕਰਜ਼ੇ ਪੇ ਕਰਨੇ ਸੀਗੇ, ਜਾਂ ਉਹਦੇ ਕਿਸੇ ਤਰ੍ਹਾਂ ਦੀ ਵੀ ਕੋਈ ਅਮਾਊਂਟ ਦੀ ਜ਼ਰੂਰਤ ਸੀਗੀ ਫੈਮਿਲੀ ਨੂੰ, ਅਸੀਂ ਜਾਣਬੁੱਝ ਕੇ ਵਿਦ ਮੈਲਾਫਾਈ ਇੰਟੈਂਸ਼ਨ ਜਿਹੜੀ ਇਹ ਪ੍ਰੋਪਰਟੀ ਸੇਲ ਨਹੀਂ ਕੀਤੀ, ਇਹਦੀਆਂ ਨੈਸੈਸਿਟੀਜ਼ ਜਿਹਨਾਂ ਲੋੜਾਂ ਸੀਗੀਆਂ, ਲੋੜਾਂ ਨੂੰ ਪੂਰੀਆਂ ਕਰਨ ਦੀ ਖਾਤਰ ਜਿਹੜੀ ਪ੍ਰੋਪਰਟੀ ਹੈ ਉਹ ਸੇਲ ਕੀਤੀ ਗਈ ਹੈ। ਇਸ ਤਰ੍ਹਾਂ ਦਾ ਜਿਹੜਾ ਅਕਾਊਂਟ ਹੈ ਉਹ ਕੋਰਟ ਤੋਂ ਮੰਗ ਸਕਦੀ ਹੈ। ਪਰ ਜੇਕਰ ਕੋਰਟ ਨੂੰ ਲੱਗੇ ਵੀ ਇਹ ਜਿਹੜਾ ਮਤਲਬ ਕਿ ਇਹਨਾਂ ਨੇ ਜਾਣਬੁੱਝ ਕੇ ਪ੍ਰੋਪਰਟੀ ਸੇਲ ਕੀਤੀ ਹੈਗੀ ਹੈ, ਤਾਂ ਕੋਰਟ ਉਸ ਪ੍ਰੋਪਰਟੀ ਦੇ ਅਗੇਂਸਟ ਵੀ ਜਿਹੜੀ ਡਿਗਰੀ ਹੈ ਲਾਗੂ ਕਰ ਸਕਦੀ ਹੈ। ਅਦਰਵਾਈਜ਼ ਕੋਰਟ ਦੀ ਇਹ ਸੈਟੀਸਫੈਕਸ਼ਨ ਹੁੰਦੀ ਹੈ ਵੀ ਹਾਂ ਇਹ ਪ੍ਰੋਪਰਟੀ ਨੇ ਕੋਈ ਸੇਲ ਕੀਤੀ ਹੈ ਆਫਟਰ ਦਾ ਡੈਥ ਆਫ ਦਾ ਜਿਹੜੀ, ਦੈਨ ਕੋਰਟ ਸੈਟੀਸਫਾਈ ਹੁੰਦੀ ਹੈ, ਫਿਰ ਉਸ ਪ੍ਰੋਪਰਟੀ ਜਿਹੜੀ ਸੇਲ ਹੋ ਚੁੱਕੀ ਉਹਦੇ ਅਗੇਂਸਟ ਜਿਹੜੀ ਡਿਗਰੀ ਹੈ ਲਾਗੂ ਨਹੀਂ ਕੀਤੀ ਜਾ ਸਕਦੀ। ਨੈਕਸਟ ਹੈ ਸੈਕਸ਼ਨ 51। ਦੇਖੋ ਇਹ ਜਿਹੜਾ ਸੈਕਸ਼ਨ ਹੈ, ਇਹ ਜਿਹੜਾ ਚੈਪਟਰ ਤੁਸੀਂ ਪੜ੍ਹ ਰਹੇ ਹੋ, ਇਹ ਤੁਹਾਡੇ ਰੋਜ਼ਮਰਰਾ ਦੇ ਵਿੱਚ ਕੰਮ ਆਉਂਦਾ ਹੈਗਾ। ਡੇਲੀ ਅਸੀਂ ਡਿਗਰੀਆਂ ਲਾਗੂ ਕਰਦੇ ਹਾਂ, ਡੇਲੀ ਸਾਡੇ ਕੋਲੇ ਆਰਡਰ ਆਉਂਦੇ ਹੈਗੇ ਆ, ਇਹ ਬਿਲਕੁਲ ਪ੍ਰੈਕਟੀਕਲ ਦੇ ਵਿੱਚ ਹੈਗਾ, ਇਸਨੂੰ ਥੋੜਾ ਧਿਆਨ ਨਾਲ ਸਮਝੋ, ਤੇ ਔਰ ਕੁਐਸਚਨ ਪੇਪਰ ਦੇ ਵਿੱਚ ਵੀ ਇਹ ਕੁਐਸਚਨ ਸਾਰੇ ਆਉਂਦੇ ਹੈਗੇ ਆ, ਠੀਕ ਹੈ ਜੀ। ਪਾਵਰ ਆਫ ਦਾ ਕੋਰਟ, ਦੇਖੋ ਇਹਦਾ ਸਿੰਪਲ ਜਿਹਾ ਵਰਡ ਜਿਹੜਾ ਆਪਾਂ ਕਹਿੰਦੇ ਨੇ ਕਈ ਵਾਰੀ ਜਦੋਂ ਨਵੇਂ ਜੌਬ 'ਚ ਅਸੀਂ ਆਏ ਸੀ, ਸਾਨੂੰ ਵੀ ਨਹੀਂ ਪਤਾ ਸੀ ਐਗਜ਼ੀਕਿਊਸ਼ਨ ਕੀ ਹੁੰਦੀ ਹੈ। ਉਦੋਂ ਜ਼ਿਮੀਂਦਾਰ ਕਹਿੰਦੇ ਹੁੰਦੇ ਸੀ ਅਜ਼ਰਾਏ ਕਰਨਾ, ਅਜ਼ਰਾਏ ਕਰਨਾ। ਅਜ਼ਰਾਏ ਦਾ ਵਰਡ ਤੁਸੀਂ ਸੁਣਿਆ ਹੋਵੇਗਾ, ਜਿਹੜੇ 20-25 ਸਾਲ ਤੋਂ ਜੌਬ ਦੇ ਵਿੱਚ ਹੈਗੇ ਆ, ਅਜ਼ਰਾਏ ਕਰਨਾ, ਠੀਕ ਹੈ। ਡਿਗਰੀ ਨੂੰ ਲਾਗੂ ਕਰਨਾ ਮਤਲਬ ਅਜ਼ਰਾਏ, ਡਿਗਰੀ ਅਜ਼ਰਾਏ ਕਰਨਾ, ਐਗਜ਼ੀਕਿਊਸ਼ਨ ਨੂੰ ਅਜ਼ਰਾਏ ਕਿਹਾ ਜਾਂਦਾ ਪੰਜਾਬੀ ਦੇ ਵਿੱਚ, ਠੀਕ ਹੈ ਜੀ। ਨੈਕਸਟ ਹੈ ਸੈਕਸ਼ਨ 51, ਪਾਵਰ ਟੂ ਕੋਰਟ, ਪਾਵਰ ਆਫ ਦਾ ਕੋਰਟ ਟੂ ਇਨਫੋਰਸ execution. The court may on the application of a degree holder order execution of the degree. कोई डिग्री पास होगी, ठीक है, कोर्ट को पावर है अर्जी देने के ऊपर, जो कोई पार्टी डिग्री होल्डर अर्जी दिंदा है भी हाँ डिग्री लागू की जाए, तो डिग्री लागू किवें होएगी? बाय द डिलीवरी ऑफ एनी प्रॉपर्टी, स्पैसीफिकली डिग्री जिस प्रॉपर्टी की डिग्री हुई है उसका कब्जा देके, ठीक है। डिलीवरी ऑफ एनी प्रॉपर्टी स्पैसीफिकली डिक्रीड, जिस प्रॉपर्टी की डिग्री हुई है उस प्रॉपर्टी की कब्जा देके जी डिग्री है वो लागू की जा सकती है। या फिर बी क्लॉज हैगी है बाय द अटैचमेंट एंड सेल और सेल विदाउट अटैचमेंट एनी प्रॉपर्टी, जी प्रॉपर्टी है जेडी दी उस प्रॉपर्टी की सेल की जा सकती है, अटैच की जा सकती है, बेच वट के जी पेमेंट वगैरह हैगी है वो दी जा सकती है डिग्री होल्डर। दैन बाय द अरेस्ट एंड डिटेंशन इन द प्रिजन, जेकर कोई भी साधन लागू नहीं होता, ठीक है, तो जो है जो पर्सन है जिसके खिलाफ डिग्री पास हुई हुई है
ਉਹਨੂੰ ਕੋਰਟ ਸਿਵਲ ਕੋਰਟ ਨੂੰ ਅਰੈਸਟ ਵੀ ਕਰ ਸਕਦੀ ਹੈ, ਉਹਨੂੰ ਅਰੈਸਟ ਕਰਕੇ ਉਹਨੂੰ ਸਿਵਲ ਜੇਲ੍ਹ 'ਚ ਵੀ ਭੇਜਿਆ ਜਾ ਸਕਦਾ ਹੈਗਾ, ਠੀਕ ਹੈ। ਜਾਂ ਫਿਰ ਬਾਈ ਅਪਾਇੰਟਿੰਗ ਏ ਰਿਸੀਵਰ ਔਰ ਬਾਈ ਸੱਚ ਅਦਰ ਮੈਨਰ ਐਜ਼ ਰਿਕੁਆਇਰਡ। ਜੋ ਵੀ ਕੋਰਟ ਨੂੰ ਜਾਂ ਡਿਗਰੀ ਹੋਲਡਰ ਨੂੰ ਕੋਈ ਤਰੀਕਾ ਲੱਗਦਾ ਹੋਵੇ ਵੀ ਇਹ ਡਿਗਰੀ ਲਾਗੂ ਕਿਵੇਂ ਹੋ ਸਕਦੀ ਹੈ, ਠੀਕ ਹੈ, ਇੱਦਾਂ ਦਾ ਕੋਈ ਵੀ ਢੰਗ ਤਰੀਕਾ ਅਪਣਾਇਆ ਜਾ ਸਕਦਾ ਕੋਰਟ ਵੱਲੋਂ ਡਿਗਰੀ ਨੂੰ ਲਾਗੂ ਕਰਨ ਦੀ ਖਾਤਰ। ਜਿਨਕੇ ਪੈਸੇ ਦੀ ਡਿਗਰੀ ਹੈ ਮੇ ਵੀ ਜੇ ਕੋਈ ਡਿਗਰੀ ਪੈਸਿਆਂ ਦੀ ਹੈਗੀ ਹੈ ਤਾਂ ਪੈਸੇ ਕਿਵੇਂ ਲੈਣੇ ਨੇ, ਠੀਕ ਹੈ, ਇਹ ਐਗਜ਼ੀਕਿਊਟਿੰਗ ਕੋਰਟ ਜਿਹੜੀ ਹੈਗੀ ਹੈ ਕੋਈ ਵੀ ਢੰਗ ਤਰੀਕਾ ਅਪਣਾ ਸਕਦੀ ਹੈ। ਪ੍ਰੋਪਰਟੀ ਸੇਲ ਵੀ ਕਰ ਸਕਦੀ ਹੈ, ਪ੍ਰੋਪਰਟੀ ਅਟੈਚ ਵੀ ਕਰ ਸਕਦੇ ਆ, ਬੰਦੇ ਨੂੰ ਅਰੈਸਟ ਵੀ ਕੀਤਾ ਜਾ ਸਕਦਾ ਹੈ, ਠੀਕ ਹੈ, ਉਸ ਪ੍ਰੋਪਰਟੀ ਦੇ ਉੱਪਰ ਰਿਸੀਵਰ ਵੀ ਨਿਯੁਕਤ ਕੀਤਾ ਜਾ ਸਕਦਾ ਹੈ, ਜਾਂ ਕੋਈ ਹੋਰ ਢੰਗ ਤਰੀਕਾ ਵੀ ਮਤਲਬ ਕਿ ਅਪਣਾਇਆ ਜਾ ਸਕਦਾ ਹੈ। ਪ੍ਰੋਵਾਈਡਡ ਇਹਦੀ ਕੋਈ ਐਕਸੈਪਸ਼ਨ ਦਿੱਤੀ ਵੀ ਹੈ, ਇੱਕ ਦੋ ਸ਼ਰਤ ਲਾਈ ਗਈ ਹੈਗੀ ਹੈ। ਪ੍ਰੋਵਾਈਡਡ ਇਫ ਮਨੀ ਡਿਗਰੀ ਬਿਫੋਰ ਅ ਡਿਟੈਂਸ਼ਨ ਇਨ ਪ੍ਰਿਜ਼ਨ, ਜੇ ਕੋਈ ਡਿਗਰੀ ਮਨੀ ਡਿਗਰੀ ਹੋਵੇ, ਪੈਸਿਆਂ ਦਾ ਲੈਣ ਦੇਣ ਹੋਵੇ, ਠੀਕ ਹੈ, ਜਿਹੜੇ ਨੂੰ ਅਰੈਸਟ ਕਰਨ ਤੋਂ ਪਹਿਲਾਂ ਉਹਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਹ ਸ਼ਰਤ ਰੱਖੀ ਗਈ ਇਹਦੇ ਵਿੱਚ ਵੀ ਜੇਕਰ ਮਨੀ ਡਿਗਰੀ ਹੋਵੇ ਬਿਫੋਰ ਦਾ ਡਿਟੈਂਸ਼ਨ ਇਨ ਪ੍ਰਿਜ਼ਨ, ਉਸ ਜਿਹੜੀ ਨੂੰ ਫੜ ਕੇ ਅਰੈਸਟ ਕਰਕੇ ਉਹਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਉਹਨੂੰ ਓਪਰਚੁਨਿਟੀ ਦੇਣੀ ਚਾਹੀਦੀ ਹੈ ਵੀ ਕਿਉਂ ਨਾ ਤੈਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਜਾਵੇ, ਕਿ ਤੂੰ ਮਤਲਬ ਕਿ ਇਹ ਪੈਸੇ, ਜੇ ਉਹ ਵਿਅਕਤੀ ਕਹਿੰਦਾ ਵੀ ਹਾਂ ਮੈਨੂੰ ਤਾਂ ਤੁਸੀਂ ਨੋਟਿਸ ਨਹੀਂ ਦਿੱਤਾ, ਮੈਂ ਤਾਂ ਪੈਸੇ ਦੇਣ ਨੂੰ ਤਿਆਰ ਸੀ, ਮੈਂ ਤਾਂ ਪੈਸੇ ਭਰ ਦਿੰਦਾ, ਠੀਕ ਹੈ। ਇਸ ਕਰਕੇ ਕਿਹਾ ਗਿਆ ਵੀ ਇਫ ਐਨੀ ਡਿਗਰੀ ਬਿਫੋਰ ਡਿਟੈਂਸ਼ਨ ਇਨ ਪ੍ਰਿਜ਼ਨ ਓਪਰਚੁਨਿਟੀ ਸ਼ੁੱਡ ਬੀ ਗਿਵਨ ਟੂ ਦਾ ਜੇਡੀ, ਤਾਂ ਕਿ ਉਹ ਜੇ ਆਪਦੀ ਇੱਜ਼ਤ ਬੇਇੱਜ਼ਤੀ ਨੂੰ ਧਿਆਨ ਰੱਖਦੇ ਹੋਏ ਕਈ ਵਾਰੀ ਪੈਸਿਆਂ ਦਾ ਇੰਤਜ਼ਾਮ ਕਰਕੇ, ਆਪਾਂ ਰੋਜ਼ ਦੇਖਦੇ ਹੈਗੇ ਆ ਆਪਦਾ ਕਈ ਵਾਰੀ ਆਸੀ ਪੜੋਸੀ ਸਿਕਿਉਰਿਟੀ ਨੰਬਰਦਾਰ ਇੱਧਰੋਂ ਉੱਧਰੋਂ ਪੈਸੇ ਲੈ ਲੂ ਕੇ ਵਾਲਾ ਜਿਹੜਾ ਹੈਗਾ ਉਹ ਲੈਣ ਦੇਣ ਕਰ ਲੈਂਦਾ, ਬਾਅਦ ਦੇ ਵਿੱਚ ਉਹਨਾਂ ਨਾਲ ਨਿਪਟਾ ਰਹਿੰਦਾ। ਇਸ ਕਰਕੇ ਆਪਦੀ ਇੱਜ਼ਤ ਨੂੰ ਮਤਲਬ ਮੁੱਖ ਰੱਖਦੇ ਹੋਏ ਹੈਗੇ ਤੇ ਆਲਾ ਪੈਸੇ ਦੇਣ ਦੀ ਕੋਸ਼ਿਸ਼ ਕਰਦਾ, ਜਿਹੜੀ ਕਈ ਲੋਕ ਇੱਦਾਂ ਦੇ ਹੁੰਦੇ ਜਿਹਨਾਂ ਦੇ ਜਿਹੜੇ। ਨੈਕਸਟ ਹੈਗਾ ਓਪਰਚੁਨਿਟੀ ਟੂ ਜੇਡੀ ਬਿਫੋਰ ਪ੍ਰਿਜ਼ਨ, ਕੋਰਟ ਵਿਲ ਸੈਟਿਸਫਾਈਡ ਰਿਕਾਰਡ ਦਾ ਰੀਜ਼ਨਸ। ਜੇ ਕੋਰਟ ਨੂੰ ਲੱਗੇ, ਕੋਰਟ ਸੈਟਿਸਫਾਈ ਹੋ ਜਾਂਦੀ ਹੈ ਉਹਦੇ ਤੋਂ ਜਿਹੜੀ ਦੇ ਬਿਫੋਰ ਪ੍ਰਿਜ਼ਨ, ਕੋਰਟ ਵਿਲ ਸੈਟਿਸਫਾਈ ਰਿਕਾਰਡ ਦਾ ਰੀਜ਼ਨ। ਜੇ ਕੋਰਟ ਨੂੰ ਲੱਗਦਾ ਕਿਸ ਤਰ੍ਹਾਂ ਦਾ ਵੀ ਉਸਨੂੰ ਹਾਂ ਛੱਡ ਦੇਣਾ ਚਾਹੀਦਾ ਹੈ, ਜਾਂ ਇਹਦੀ ਜਿਹੜੀ ਗੱਲ ਹੈਗੀ ਆ ਉਹ ਠੀਕ ਹੈਗੀ ਹੈ, ਇਹ ਕਹਿੰਦਾ ਵੀ ਹਾਂ ਮੈਂ ਉਹ ਟਾਈਮ ਮੰਗਦਾ ਹੈਗਾ ਵੀ ਮੈਨੂੰ ਕੁਝ ਸਮਾਂ ਦਿੱਤਾ ਜਾਵੇ, ਠੀਕ ਹੈ, ਤਾਂ ਜਿਹੜੀ ਕੋਰਟ ਹੈਗੀ ਉਹਦੇ ਕੁਝ ਰੀਜ਼ਨਸ ਜਿਹੜੇ ਉਹਨੇ ਦੱਸੇ ਹੈਗੇ ਨੂੰ ਰਿਕਾਰਡ ਕਰਕੇ ਅਗਲਾ ਫੈਸਲਾ ਕੋਰਟ ਵੱਲੋਂ ਕੀਤਾ ਜਾਂਦਾ ਹੈਗਾ। ਫਿਰ ਇੱਕ ਪੁਆਇੰਟ ਹੈਗਾ that JD for obstructing or delaying the execution। ਜੇਕਰ ਕੋਰਟ ਨੂੰ ਲੱਗੇ ਵੀ ਜਿਹੜਾ JD ਹੈਗਾ ਇਹ ਡਿਗਰੀ ਨੂੰ ਰੋਕ ਰਿਹਾ ਹੈ, ਡਿਲੇ ਕਰ ਰਿਹਾ ਹੈ, obstruct ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ, ਇਹ ਭੱਜ ਵੀ ਸਕਦਾ ਹੈਗਾ, likely to abscond or leave the local limits of the court, ਜਾਂ ਕੋਰਟ ਦੀ ਜਿਹੜੀ ਲੋਕਲ ਲਿਮਿਟ ਹੈਗੀ ਹੈ ਤਾਂ ਕਿ ਕੋਰਟ ਨੂੰ ਅਰੈਸਟ ਨਾ ਕਰ ਸਕੇ, ਇਹ ਦੌੜ ਸਕਦਾ ਹੈ, ਭੱਜ ਕੇ ਕਿਤੇ ਜਾ ਸਕਦਾ ਹੈ, ਛੁਪ ਸਕਦਾ ਹੈਗਾ। has dishonestly transferred, ਜਾਂ ਜਾਣਬੁੱਝ ਕੇ ਮੈਲਾਫ ਇੰਟੈਂਸ਼ਨ ਦੇ ਨਾਲ ਕੋਈ ਪ੍ਰੋਪਰਟੀ ਹੈ ਉਹਦੀ, ਠੀਕ ਹੈ, ਉਹਨੂੰ ਟ੍ਰਾਂਸਫਰ ਕਰ ਸਕਦਾ ਹੈ, ਛੁਪਾ ਸਕਦਾ ਹੈ, ਕਿਤੇ ਲੁਕੋ ਸਕਦਾ ਹੈਗਾ ਵੀ ਕੋਰਟ ਇਸ ਪ੍ਰੋਪਰਟੀ ਨੂੰ ਅਟੈਚ ਕਰਕੇ ਜਾਂ ਸੇਲ ਨਾ ਕਰ ਦੇਵੇ, ਠੀਕ ਹੈ। ਰਿਮੂਵ ਐਨੀ ਪਾਰਟ ਆਫ ਹਿਸ ਪ੍ਰੋਪਰਟੀ, ਕੋਈ ਪ੍ਰੋਪਰਟੀ ਜਿਹੜੀ ਕੋਈ ਪਈ ਹੈ ਉਹਦੇ ਕੋਲ ਕੋਈ ਗੋਡਾਊਨ 'ਚ ਕੁਝ ਸਮਾਨ ਪਿਆ ਹੈਗਾ, ਠੀਕ ਹੈ, ਜਿਹੜਾ ਕੋਰਟ ਅਟੈਚ ਕਰਕੇ ਸੇਲ ਕਰਨਾ ਚਾਹੁੰਦੀ ਹੈ, ਤਾਂ ਜੇ ਕੋਰਟ ਨੂੰ ਇਦਾਂ ਦੀ ਗੱਲ ਲੱਗੇ ਕੋਈ ਇਹ ਬੰਦਾ ਭੱਜ ਸਕਦਾ ਤਾਂ ਜਿਹੜੀ ਕੋਰਟ ਹੈਗੀ ਤਾਂ ਉਸਨੂੰ ਅਰੈਸਟ ਕਰਕੇ ਜੇਲ੍ਹ ਭੇਜ ਸਕਦੀ ਹੈ, ਠੀਕ ਹੈ। ਜਿਹੜੀ ਹੈਜ਼ ਰਿਫਿਊਜ਼ਸ ਔਰ ਨੈਗਲੈਕਟਸ ਟੂ ਪੇ ਦਾ ਸੇਮ, ਜਾਂ ਫਿਰ ਬਾਰ-ਬਾਰ ਜਿਹੜਾ ਜਿਹੜੀ ਹੈਗਾ ਉਹ ਰਿਫਿਊਜ਼ ਕਰਦਾ ਪੈਸੇ ਦੇਣ ਤੋਂ, ਨੈਗਲੈਕਟ ਕਰਦਾ ਹੈ, ਆਨਾਕਾਨੀ ਕਰਦਾ ਹੈ, ਠੀਕ ਹੈ, ਗੱਲ ਨਹੀਂ ਸੁਣਦਾ ਕਿਸੇ ਦੀ, ਤਦ ਵੀ ਜਿਹੜੀ ਕੋਰਟ ਹੈ ਉਸਨੂੰ ਅਰੈਸਟ ਕਰਕੇ ਭੇਜ ਸਕਦੀ ਹੈ ਕੋਰਟ ਦੇ ਜੇਲ੍ਹ ਦੇ ਵਿੱਚ। ਜਿਹੜੀ ਵਾਸ ਬਾਉਂਡ ਇਨ ਏ ਫਿਡਿਊਸ਼ਰੀ ਕੈਪੈਸਿਟੀ ਟੂ ਅਕਾਊਂਟ, ਜਾਂ ਜਿਹੜੀ ਨੇ ਕੋਈ ਪ੍ਰੋਪਰਟੀ ਵੇਚੀ ਹੋਵੇ ਪਹਿਲਾਂ ਉਸ ਤੋਂ, ਤਾਂ ਉਹ ਜਿਹੜਾ ਅਕਾਊਂਟ ਦੇਣ ਦੀ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਮੈਂ ਇਹ ਜਿਹੜੀ ਪ੍ਰੋਪਰਟੀ ਜੇ ਸੇਲ ਕੀਤੀ ਸੀਗੀ ਤਾਂ ਉਹਦੇ ਅਕਾਊਂਟ ਆ ਹੈਗੇ, ਮੈਨੂੰ ਲੋੜ ਸੀਗੀ ਤਾਂ ਮੈਂ ਵੇਚੀ ਹੈਗੀ ਹੈ। ਨੈਕਸਟ ਹੈ ਸੈਕਸ਼ਨ 52 ਇਨਫੋਰਸਮੈਂਟ ਆਫ ਡਿਕਰੀ ਅਗੇਂਸਟ LRs। ਆਪਾਂ ਉੱਪਰ LR ਦੀ ਗੱਲ ਕਰ ਚੁੱਕੇ ਹਾਂ, ਪਹਿਲਾਂ ਵੀ ਪੜ੍ਹਿਆ ਹੈਗਾ, ਥੋੜਾ ਫਰਕ ਆਉਂਦਾ ਮਤਲਬ ਹਰ ਸੈਕਸ਼ਨ 'ਚ ਹੈਗਾ। LRs ਦੇ ਅਗੇਂਸਟ ਡਿਕਰੀ ਨੂੰ ਐਗਜ਼ੀਕਿਊਟ ਕਰਨਾ, ਜਦੋਂ ਇਹ ਕਿਹੜੇ ਕਾਰਨ ਹੁੰਦੇ, ਜਦੋਂ ਜਿਹੜੀ ਡੈਥ ਹੋ ਜਾਂਦੀ ਹੈ। Decree may be executed by attachment and sale of the property of the deceased। ਜਦੋਂ ਜਿਹੜੀ ਦੀ ਡੈਥ ਹੋ ਜਾਂਦੀ ਹੈ ਤਾਂ ਜਿਹੜੀ ਪ੍ਰੋਪਰਟੀ ਹੈਗੀ ਹੈ ਜਿਹੜੀ ਦੀ ਉਹਦੇ ਵਾਰਸਾਂ ਕੋਲ ਆ ਜਾਂਦੀ ਹੈ, ਤਾਂ ਵਾਰਸਾਂ ਦੀ ਜਿਹੜੀ ਵਾਰਸਾਂ ਕੋਲ ਜਦੋਂ ਪ੍ਰੋਪਰਟੀ ਆ ਗਈ ਡਿਸੀਜ਼ ਪਰਸਨ ਦੀ, ਤਾਂ ਕੋਰਟ ਉਸਦੀ ਅਟੈਚਮੈਂਟ ਕਰਕੇ ਤੇ ਉਸ ਕੋਰਟ ਉਸ ਨੂੰ ਸੇਲ ਕਰਕੇ ਜਿਹੜੀ ਡਿਗਰੀ ਹੈ ਸੈਟੀਸਫਾਈ ਕਰ ਸਕਦੀ ਹੈ। ਇਫ ਨੋ ਪ੍ਰੋਪਰਟੀ ਰਿਮੇਨਸ ਇਨ ਪੋਜੈਸ਼ਨ ਆਫ ਦਾ ਜਿਹੜੀ, ਜੇ ਜਿਹੜੀ ਦੇ ਕਬਜ਼ੇ ਕੋਈ ਪ੍ਰੋਪਰਟੀ ਨਹੀਂ ਰਹਿ ਜਾਂਦੀ, if fails to satisfy the court regarding
ਜਿਹੜੀ ਹੁਣ ਇੱਥੇ ਕਿਹਨੂੰ ਕਿਹਾ ਗਿਆ, ਜਿਹੜੀ ਹੁਣ ਕਿਹਾ ਗਿਆ ਉਹਦੇ ਵਾਰਸਾਂ ਨੂੰ। ਜੇ ਉਹਦੇ ਕੋਲ ਕੋਈ ਪ੍ਰੋਪਰਟੀ ਨਹੀਂ ਰਹਿ ਜਾਂਦੀ, ਮੰਨ ਲਓ ਉਹ ਪ੍ਰੋਪਰਟੀ ਸੇਲ ਕਰ ਦਿੰਦਾ ਹੈ, ਜਿਹੜਾ ਜੇਡੀ ਆ ਉਹਦੀ ਡੈਥ ਹੋਣ ਤੋਂ ਬਾਅਦ, ਜਿਹੜੀ ਦੀ ਡੈਥ ਹੋਣ ਤੋਂ ਬਾਅਦ ਜਿਹੜਾ ਹੁਣ ਉਹਦੇ ਰਿਪਰੈਜ਼ੈਂਟ ਆ ਗਏ, ਉਹਨੂੰ ਜੇਡੀ ਕਹਾਂਗੇ, ਉਹ ਪ੍ਰੋਪਰਟੀ ਨੂੰ ਸੇਲ ਕਰ ਦਿੰਦੇ ਆ। ਫੇਲਸ ਟੂ ਸੈਟੀਸਫਾਈ ਦਾ ਕੋਰਟ ਰਿਗਾਰਡਿੰਗ ਦਾ ਯੂਟੀਲਾਈਜੇਸ਼ਨ ਆਫ ਦਾ ਪ੍ਰੋਪਰਟੀ, ਵੀ ਕੋਰਟ ਕਹਿੰਦੀ ਹੈ ਵੀ ਸਾਨੂੰ ਦੱਸੋ ਵੀ ਇਹ ਪ੍ਰੋਪਰਟੀ ਤੁਸੀਂ ਸੇਲ ਕੀਤੀ ਸੀਗੀ ਉਹਦੀ ਡੈਥ ਹੋਣ ਤੋਂ ਬਾਅਦ, ਤਾਂ ਕਿਉਂ ਕੀਤੀ ਸੀ, ਕੀ ਕਾਰਨ ਸੀ, ਉਹਦਾ ਐਗਜ਼ਾਮ ਉਹ ਦਿਓ, ਅਕਾਊਂਟ ਦਿਓ। ਜੋ ਅਕਾਊਂਟ ਦੇਣ ਵਿੱਚ ਫੇਲ ਹੋ ਜਾਂਦਾ ਹੈਗਾ, ਮੈਂ ਪ੍ਰੋਪਰਟੀ ਯੂਟੀਲਾਈਜ਼ ਕਿਉਂ ਕੀਤੀ ਹੈ, ਤਾਂ ਡਿਗਰੀ ਮੇ ਬੀ ਐਗਜ਼ੀਕਿਊਟਡ ਅਗੇਂਸਟ ਦਾ ਜੇਡੀ ਐਲਆਰ। ਤਾਂ ਜਿਹੜੀ ਉਹਦੀ ਆਪਦੀ ਪ੍ਰੋਪਰਟੀ ਹੈ ਜੇਡੀ ਦੀ, ਐਲਆਰ ਦੀ, ਕੋਈ ਉਹਦੇ ਨਾਮ ਤੇ ਕੋਈ ਹੋਰ ਪ੍ਰੋਪਰਟੀ ਖੜੀ ਹੈ, ਤਾਂ ਉਸ ਪ੍ਰੋਪਰਟੀ ਨੂੰ ਵੀ ਵੇਚ ਕੇ ਸੇਲ ਕਰਕੇ ਅਟੈਚ ਕਰਕੇ ਜਿਹੜੀ ਪ੍ਰੋਪਰਟੀ ਹੈ, ਜਿਹੜੀ ਹੈਗੀ ਡਿਗਰੀ ਹੈ, ਉਹ ਸੈਟੀਸਫਾਈ ਕੀਤੀ ਜਾ ਸਕਦੀ ਹੈ। ਇਨ ਦਾ ਮੈਨਰ ਡਿਗਰੀ ਹੈਡ ਬੀਨ ਅਗੇਂਸਟ ਹਿਮ ਪਰਸਨਲੀ, ਮਤਲਬ ਇਹ ਪ੍ਰਜ਼ੂਮ ਕੀਤਾ ਜਾਵੇਗਾ ਵੀ ਜਿਹੜੀ ਡਿਗਰੀ ਹੈ ਉਹ ਐਲਆਰ ਦੀ ਪ੍ਰੋਪਰਟੀ ਦੇ ਅਗੇਂਸਟ ਹੀ ਪਾਸ ਹੋਈ ਸੀਗੀ, ਕਿਉਂਕਿ ਐਲਆਰ ਨੇ ਜਿਹੜੀ ਪ੍ਰੋਪਰਟੀ ਹੈ, ਜਿਹੜਾ ਡਿਸੀਜ਼ਡ ਪਰਸਨ ਹੈ, ਉਹਦੀ ਪ੍ਰੋਪਰਟੀ ਨੂੰ ਯੂਟੀਲਾਈਜ਼ ਕਰ ਲਿਆ, ਸੇਲ ਕਰ ਦਿੱਤਾ, ਮੇਬੀ ਵਿਦ ਦਾ ਮੈਲਾਫ ਇੰਟੈਂਸ਼ਨ। ਜੇ ਕੋਰਟ ਨੂੰ ਲੱਗੇ ਵੀ ਇਹਨੇ ਮੈਲਾਫ ਇੰਟੈਂਸ਼ਨ ਨਾਲ ਪ੍ਰੋਪਰਟੀ ਸੇਲ ਕੀਤੀ ਹੈ, ਤਾਂ ਕੋਰਟ ਉਹਦੀ ਜਿਹੜੀ ਐਲਆਰ ਦੀ ਆਪਦੀ ਪ੍ਰੋਪਰਟੀ ਹੈਗੀ ਹੈ ਉਹਨੂੰ ਵੀ ਉਸੇ ਤਰੀਕੇ ਨਾਲ ਸੇਲ ਕਰਕੇ ਜਿਹੜੀ ਡਿਗਰੀ ਹੈ ਸੈਟੀਸਫਾਈ ਕਰ ਸਕਦੀ ਹੈ। ਸਰ ਜੇ ਜੇਡੀ ਦੀ ਪ੍ਰਾਪਰਟੀ ਦੇ ਉੱਤੇ ਕਿਸੇ ਕੋਈ ਗੈਰੰਟੀ ਜਿਹੜਾ ਹੈਗਾ ਕੇਸ ਦੇ ਦੌਰਾਨ ਬਣ ਗਿਆ, ਪੋਜੈਸ਼ਨ ਜਿਹੜਾ ਹੈਗਾ ਗੈਰੰਟੀ ਦਾ ਹੋ ਗਿਆ, ਉਸ ਕੇਸ ਦੇ ਵਿੱਚ ਕੀ ਹੋਏਗਾ? ਹੈਲੋ, ਗੈਰਮਰੂਸੀ ਦੇਖਿਆ ਜਾਊਗਾ, ਕਿਹੜਾ ਗੈਰਮਰੂਸੀ, ਕਿਸ ਗੱਲ ਦਾ ਗੈਰਮਰੂਸੀ ਆ, ਅਨਆਥੋਰਾਈਜ਼ਡ ਪੋਜੀਸ਼ਨ ਹੈ ਉਹਦਾ ਕੀ ਹੈ। ਜੇ ਅਨਆਥੋਰਾਈਜ਼ਡ ਪੋਜੀਸ਼ਨ ਹੈ ਫਿਰ ਤਾਂ ਡਿਗਰੀ ਰੁਕੇਗੀ ਨਹੀਂ। ਜੇ ਕੋਈ ਆਕੂਪੈਂਸੀ ਟੈਨੈਂਟ ਹੈਗਾ ਫਿਰ ਉਹ ਸੇਲ ਨਹੀਂ ਹੋ ਸਕਦੀ, ਫਿਰ ਤਾਂ ਉਹਦੇ ਕੋਈ ਰਾਈਟ ਸੀ, ਓਨਰਸ਼ਿਪ ਦੇ ਬਣ ਗਏ। ਗੈਰਮਰੂਸੀ ਦੇ ਰਾਈਟਸ ਦੇਖੇ ਜਾਣਗੇ ਕੀ ਨੇ। ਜੇ ਹੁਣ ਕੋਈ ਜਾਣਬੁੱਝ ਕੇ ਜੇਡੀ ਨੇ ਕਹਿਤਾ ਕਿਸੇ ਤੀਜੇ ਬੰਦੇ ਨੂੰ ਬਿਠਾਤਾ ਆਪਣੀ ਪ੍ਰੋਪਰਟੀ ਲਿਆ ਕੇ, ਕਿਸੇ ਤੀਜੇ ਬੰਦੇ ਨੂੰ ਲਿਆ ਕੇ ਆਪਣੀ ਪ੍ਰੋਪਰਟੀ ਬਿਠਾਤਾ, ਮੈਂ ਤਾਂ ਇਹਦੇ ਨਾਲ ਬਿਆਨਾ ਕੀਤਾ ਜੀ, ਅਕਸਰ ਹੁੰਦਾ ਹੈ, ਅਸੀਂ ਦੇਖਦੇ ਹਾਂ ਰੋਜ਼ ਇਹੀ ਕੁਝ ਹੁੰਦਾ ਹੈ। ਜਾਣਬੁੱਝ ਕੇ ਇੱਕ ਬਿਆਨਾ ਲਿਖ ਲਿਆ, ਐਗਰੀਮੈਂਟ ਲਿਖ ਲਿਆ, ਮੈਂ ਲੈ ਲਿਆ ਜੀ 5 ਲੱਖ ਰੁਪਏ ਇਸ ਤੋਂ, ਮੈਂ ਤਾਂ ਬਿਆਨਾ ਦੇ ਕੇ ਕਬਜ਼ਾ ਨੂੰ ਦੇ ਦਿੱਤਾ ਹੈਗਾ, ਠੀਕ ਹੈ, ਥਰਡ ਪਰਸਨ ਨੂੰ ਕਬਜ਼ਾ ਦੇ ਦਿੱਤਾ ਪ੍ਰੋਪਰਟੀ ਦਾ। ਆਪਾਂ ਉੱਥੇ ਕਹਾਂਗੇ ਤਾਂ ਹੁਣ ਮੈਂ ਤਾਂ ਉਹ ਬੰਦੇ ਨੇ ਜਿਸ ਨੇ ਬਿਆਨਾ ਕਰ ਲਿਆ ਉਹ ਕਹੂਗਾ ਮੈਂ ਤਾਂ ਇਹਨਾਂ ਨਾਲ ਐਗਰੀਮੈਂਟ ਕੀਤਾ ਹੋਇਆ ਹੈ, ਬਟ ਨੋ, ਉਹ ਉੱਥੇ ਇਦਾਂ ਦੀ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਐਪਲੀਕੇਬਲ ਨਹੀਂ ਹੋਏਗੀ। ਜਿਹੜੀ ਡਿਗਰੀ ਹੈ ਉਹ ਮਤਲਬ ਇਨਫੋਰਸ ਹੋਏਗੀ, ਤੇ ਇਦਾਂ ਦਾ ਜਿਹੜਾ ਬਿਆਨਾ ਹੈਗਾ ਉਹਦੀ ਕੋਈ ਵੈਲਿਊ ਨਹੀਂ ਹੋਏਗੀ। ਉਸ ਕੇਸ ਦੇ ਵਿੱਚ ਔਨ ਰਿਕਾਰਡ ਆ ਗਿਆ, ਉਹ ਹਾਂਜੀ ਔਨ ਰਿਕਾਰਡ ਗੈਰੰਟੀ ਬਣ ਗਿਆ, ਕਿਆ ਉਹਦੀ ਫਿਰ ਰਿਪੋਰਟ ਕਰਨੀ ਬਣਦੀ ਹੈ ਕੋਰਟ ਨੂੰ ਜਾਂ ਨਹੀਂ ਕਰਨੀ ਬਣਦੀ? ਇੱਕ ਵਾਰੀ ਤਾਂ ਕਰਨੀ ਬਣਦੀ ਹੈ ਰਿਪੋਰਟ, ਇੱਕ ਵਾਰੀ ਕਰਨੀ ਬਣਦੀ ਹੈ, ਠੀਕ ਹੈ, ਪਰ ਉਹ ਜਿਹੜਾ ਗੈਰਮਰੂਸੀ ਆਇਆ ਬਾਅਦ ਦੇ ਵਿੱਚ ਆਇਆ ਜੀ, ਜਿਹੜਾ ਬਾਅਦ ਵਿੱਚ ਗੈਰਮਰੂਸੀ ਆਇਆ ਜਦੋਂ ਕੇਸ ਚੱਲ ਰਿਹਾ ਸੀਗਾ, ਬਾਅਦ ਚ ਆਏ ਗੈਰਮਰੂਸੀ ਦੀ ਕੋਈ ਵੈਲਿਊ ਨਹੀਂ ਹੁੰਦੀ, ਠੀਕ ਹੈ। ਇਹ ਕੋਰਟ ਇਹ ਪ੍ਰਜ਼ਿਊਮ ਕਰਦੀ ਹੈ ਵੀ ਇਹ ਮੈਲਾਫ ਇੰਟੈਂਸ਼ਨਲ ਪਾਰਟੀਆਂ ਨੇ ਆਪਸ ਮਿਲ ਕੇ, ਦੋ ਪਾਰਟੀਆਂ ਨੇ ਆਪਸ ਮਿਲ ਕੇ ਜਾਣਬੁੱਝ ਕੇ ਕੋਈ ਐਗਰੀਮੈਂਟ ਕੀਤਾ ਹੈ ਤਾਂ ਕਿ ਜਿਹੜੀ ਡਿਗਰੀ ਹੈ ਉਹ ਲਾਗੂ ਨਾ, ਡਿਗਰੀ ਹੈ ਜਿਹੜੀ ਐਗਜ਼ੀਕਿਊਟ ਨਾ ਹੋ ਪਾਏ। ਅਕਸਰ ਇਦਾਂ ਹੁੰਦਾ ਹੈ, ਅਸੀਂ ਦੇਖਦੇ ਹੋਵੋਗੇ ਲੋਕ ਬਿਆਨੇ ਕਰ ਲੈਣੇ ਜਾਣਬੁੱਝ ਕੇ, ਉਹ ਤੋਂ ਪੈਸਾ ਲੈ, ਇਨਫੈਕਟ ਕੋਈ ਪੈਸਾ ਦੀ ਲੈਣ ਦੇਣ ਨਹੀਂ ਹੋਈ ਹੁੰਦੀ, ਜਵਾਨੀ ਐਗਰੀਮੈਂਟ ਕਰ ਲੱਗੇ, ਜਵਾਨੀ ਐਗਰੀਮੈਂਟ ਕਰਕੇ ਕਬਜ਼ਾ ਤੀਜੇ ਬੰਦੇ ਨੂੰ ਦੇ ਦਿੰਦੇ ਆ ਵੀ ਤਾਂ ਕਿ ਜਿਹੜੀ ਮੇਰੀ ਜ਼ਮੀਨ ਫਸਲ ਹੈਗੀ, ਜ਼ਮੀਨ ਹੈਗੀ ਇਹਦੀ ਬੋਲੀ ਨਾ ਹੋ ਸਕੇ, ਅਟੈਚ ਨਾ ਹੋ ਸਕੇ। ਪਰ ਇਦਾਂ ਦੇ ਜਿਹੜੇ ਐਗਰੀਮੈਂਟ ਹੁੰਦੇ ਨੇ ਉਹ ਵਰਡ ਐਗਰੀਮੈਂਟ ਮੰਨੇ ਜਾਂਦੇ ਆ, ਠੀਕ ਹੈ, ਉਹ ਵੈਲਿਡ ਨਹੀਂ ਹੁੰਦੇ, ਪਰ ਉਹਦੀ ਰਿਪੋਰਟ ਹੈ ਅਸੀਂ ਇੱਕ ਵਾਰੀ ਕੋਰਟ ਨੂੰ ਭੇਜਾਂਗੇ। ਥੈਂਕ ਯੂ। Next is section 53, liability of the ancestral property। ancestral property यानी कि दादे लाही प्रॉपर्टी ਜਿਹਨੂੰ ਆਪਾਂ ਕਹਿ ਲਈਏ, ਜੱਦੀ ਪ੍ਰੋਪਰਟੀ, ancestral, personal, ठीक है, a property in hands of son or other descendant liable under law for the payment of the debt of the deceased ancestor shall be deemed to be the property of the deceased। ਸਿੰਪਲ ਜੀ ਗੱਲ ਹੈਗੀ ਹੈ ਵੀ ਜੇ ਕੋਈ ਪ੍ਰੋਪਰਟੀ ਜਿਹੜਾ ਜਿਸ ਦੇ ਖਿਲਾਫ ਡਿਗਰੀ ਪਾਸ ਹੋਈ ਵੀ ਸੀਗੀ, ਠੀਕ ਹੈ, ਉਹਦੇ ਕੋਲ ਕੋਈ ਜੱਦੀ ਜ਼ਮੀਨ ਸੀਗੀ, ਉਹ ਵਿਅਕਤੀ ਦੀ ਡੈਥ ਹੋ ਗਈ, ਉਹਦੀ ਡੈਥ ਹੋਣ ਤੋਂ ਬਾਅਦ ਉਹਦੀ ਜਿਹੜੀ ਪ੍ਰੋਪਰਟੀ ਹੈਗੀ ਆ ਉਹ ਉਹਦੇ ਵਾਰਸਾਂ ਕੋਲ ਚਲੀ ਗਈ, ਵਾਰਸਾਂ ਕੋਲ ਸਨ ਕੋਲ ਚਲੀ ਗਈ ਜਾਂ ਪੋਤੇ ਕੋਲ ਚਲੀ ਗਈ, ਪੜੋਤੇ ਕੋਲ ਚਲੀ ਗਈ, ਠੀਕ ਹੈ, ਤਾਂ ਜਿਹੜੀ ਉਹ ਪ੍ਰੋਪਰਟੀ ਹੈਗੀ ਆ ਸ਼ੈਲ ਬੀ ਡੀਮਡ ਟੂ ਬੀ ਦਾ ਪ੍ਰੋਪਰਟੀ ਆਫ ਦਾ ਡਿਸੀਜ਼ਡ। ਉਸ ਪ੍ਰੋਪਰਟੀ ਨੂੰ ਜਦ ਬੰਦਾ ਮਰਿਆ ਸੀਗਾ ਜਿਹਦੇ ਖਿਲਾਫ ਡਿਗਰੀ ਪਾਸ ਹੋਈ ਸੀਗੀ ਉਹਦੀ ਹੀ ਪ੍ਰੋਪਰਟੀ ਸਮਝ ਕੇ ਉਹਦੇ ਅਗੇਂਸਟ ਵੀ ਕਾਰਵਾਈ ਕੀਤੀ ਜਾਏਗੀ। ਮਤਲਬ ਇਹ ਨਹੀਂ ਕਹੇਗਾ ਉਹ ਮੈਂ ਤਾਂ ਜੱਦੀ ਪ੍ਰਾਪਰਟੀ ਹੈ ਜੀ, ਜੱਦੀ ਪ੍ਰਾਪਰਟੀ ਕਿਹਦੀ ਹੋਈ, ਜੱਦੀ ਪ੍ਰਾਪਰਟੀ ਜੇ ਤੇਰੇ ਦਾਦੇ ਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਵੀ ਹੈ, ਠੀਕ ਹੈ, ਤਾਂ ਲਾਇਬਿਲਿਟੀ ਤੁਹਾਡੀ ਬਣਦੀ ਹੈ, ਲਾਇਬਿਲਿਟੀ ਡਿਵੈਲਪ ਕਰੇਗੀ। ਜੇ ਪ੍ਰੋਪਰਟੀ ਡਿਵੈਲਪ ਕਰ ਸਕਦੀ ਹੈ ਤਾਂ ਲਾਇਬਿਲਿਟੀ ਵੀ ਡਿਵੈਲਪ ਕਰੇਗੀ, ਠੀਕ ਹੈ ਜੀ।
ਜੋ ਦਾਦੇ ਨੇ ਲੈਣ ਦੇਣ ਕਰਨਾ ਸੀਗਾ ਤਾਂ ਜੇ ਜ਼ਮੀਨ ਦਾ ਉਹ ਜ਼ਮੀਨ ਦੇ ਮਗਰ ਹੀ ਜਾਏਗਾ। ਨੈਕਸਟ ਹੈਗਾ ਸੈਕਸ਼ਨ 54 ਪਾਰਟੀਸ਼ਨ ਆਫ ਦਾ ਸਟੇਟ। ਪਾਰਟੀਸ਼ਨ ਆਫ ਦਾ ਸਟੇਟ, पेमेंट ऑफ द रेवेन्यू टू गवर्नमेंट। कोई पेमेंट देने गवर्नमेंट नो, कलैक्टर और ऑथराइज्ड ऑफिसर तहसीलदार या नायब तहसीलदार कैन मेड द पार्टीशन ऑफ द शेयर। कोई प्रॉपर्टी सेल परचेज हो रही है, एग्जीक्यूशन के संबंध में गल की गई है, ठीक है, ਉਹਦੇ ਵਿੱਚੋਂ कोई जॉइंट फैमिली जॉइंट प्रॉपर्टी है ਜਿਹਦੀ ਅਟੈਚਮੈਂਟ ਕਰਨੀ ਹੈ ਜਾਂ ਬੋਲੀ ਕਰਨੀ ਹੈ, ठीक है, ਤਾਂ ਉਸ ਪ੍ਰੋਪਰਟੀ ਨੂੰ ਜਿਹੜੀ ਹੈਗੀ ਹੈ ਪਾਰਟੀਸ਼ਨ ਕਰਵਾਈ ਜਾ ਸਕਦੀ ਹੈ। ਸਰਕਾਰ ਦਾ ਕੋਈ ਰੈਵਨਿਊ ਪੇ ਕਰਨਾ ਹੈ ਜਾਂ ਪ੍ਰੋਪਰਟੀ ਦੇ ਅਗੇਂਸਟ ਜਿਹਦੀ ਕੋਈ ਅਟੈਚਮੈਂਟ ਹੋਈ ਹੈ ਉਹ ਜੁਆਇੰਟ ਖਾਤੇ ਦੇ ਵਿੱਚ ਹੈਗੀ ਹੈ ਤਾਂ ਉਹਦੀ ਜਿਹੜੀ ਹੈਗੀ ਹੈ ਪਾਰਟੀਸ਼ਨ ਕਰਾਈ ਜਾ ਸਕਦੀ ਹੈ। ਪਾਰਟੀਸ਼ਨ ਕੌਣ ਕਰੇਗਾ? ਕਲੈਕਟਰ ਕਰੇਗਾ। ਕਲੈਕਟਰ ਇਨ ਦਾ ਸੈਂਸ ਕਲੈਕਟਰ ਦੀਆਂ ਜਿਹੜੀਆਂ ਪਾਵਰਸ ਸਾਡੇ ਕੋਲ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀਆਂ ਪਾਵਰਸ ਹੁੰਦੀਆਂ ਨੇ ਤਹਿਸੀਲਦਾਰ ਕੋਲੇ ਜਾਂ ਨਾਇਬ ਤਹਿਸੀਲਦਾਰ ਕੋਲੇ, ਠੀਕ ਹੈ, ਉਹਨਾਂ ਵੱਲੋਂ ਹੀ ਪਾਰਟੀਸ਼ਨ ਕੀਤੀ ਜਾਵੇਗੀ ਜੇ ਉਸ ਪ੍ਰੋਪਰਟੀ ਨੂੰ ਪਾਰਟੀਸ਼ਨ ਕਰਨ ਦੀ ਲੋੜ ਪੈ ਗਈ ਹੋਵੇ। ਨੈਕਸਟ ਹੈ ਸੈਕਸ਼ਨ 55 ਅਰੈਸਟ ਐਂਡ ਡਿਟੈਂਸ਼ਨ। ਅਰੈਸਟ ਐਂਡ ਡਿਟੈਂਸ਼ਨ ਆਪਾਂ ਉੱਪਰ ਪੜ੍ਹ ਕੇ ਗਏ ਸੀਗੇ ਵੀ ਜਿਹੜੀ ਡਿਗਰੀ ਹੈ ਉਹ ਲਾਗੂ ਕਿਹੜੇ ਢੰਗ ਨਾਲ ਕੀਤੀ ਜਾ ਸਕਦੀ ਹੈ। ਪ੍ਰੋਪਰਟੀ ਨੂੰ ਅਟੈਚ ਕਰਕੇ ਵੀ ਡਿਗਰੀ ਲਾਗੂ ਕੀਤੀ ਜਾ ਸਕਦੀ ਹੈ, ਪ੍ਰੋਪਰਟੀ ਨੂੰ ਸੇਲ ਕਰਕੇ ਵੀ ਡਿਗਰੀ ਲਾਗੂ ਕੀਤੀ ਜਾ ਸਕਦੀ ਹੈ, ਵਿਅਕਤੀ ਨੂੰ ਅਰੈਸਟ ਕਰਕੇ ਜੇਲ੍ਹ 'ਚ ਭੇਜ ਕੇ ਵੀ ਡਿਗਰੀ ਲਾਗੂ ਕੀਤੀ ਜਾ ਸਕਦੀ ਹੈ, ਠੀਕ ਹੈ। ਹੁਣ ਇਹ ਜਿਹੜੀ ਅਰੈਸਟ ਕਰਕੇ ਜੇਲ੍ਹ ਭੇਜਣ ਦੇ ਸੰਬੰਧ ਵਿੱਚ ਕੀ ਜਿਹੜੇ ਹੈਗੇ ਪੁਆਇੰਟਸ ਹੈਗੇ ਨੇ ਉਹਨਾਂ ਨੂੰ ਇਹ ਸੈਕਸ਼ਨ 55 ਹੈਗਾ ਉਹਦੇ 'ਚ ਡਿਟੇਲ ਦੱਸਦਾ ਹੈਗਾ ਥੋੜ੍ਹੀ ਜਿਹੀ। ਉਹ ਡਿਟੇਲ ਇਹਦੀ ਕੀ ਹੈਗੀ ਹੈ, ਜਿਹੜਾ ਜਿਹੜੀ ਹੈਗਾ ਉਹਨੂੰ ਕੋਰਟ ਹੈਗੀ ਹੈ ਅਰੈਸਟ ਕਰ ਸਕਦੀ ਹੈ। ਜਿਹੜੀ ਕੈਨ ਬੀ ਅਰੈਸਟਡ ਐਂਡ ਸੈਂਟ ਟੂ ਸਿਵਲ ਪ੍ਰਿਜ਼ਨ ਔਰ ਅਦਰ ਪਲੇਸ, ਜੇਲ੍ਹ ਭੇਜ ਸਕਦੀ ਹੈ ਜਾਂ ਗਵਰਨਮੈਂਟ ਨੇ ਕੋਈ ਜੇਲ੍ਹ ਦੇ ਨਾਮ ਤੇ ਕੋਈ ਹੋਰ ਕੋਈ ਜਗ੍ਹਾ ਅਥੋਰਾਈਜ਼ ਕੀਤੀ ਹੋਈ ਹੋਵੇ, ਠੀਕ ਹੈ, ਕਿਸੇ ਅਦਰ ਪਲੇਸ ਤੇ ਜਿਹਨੂੰ ਟੈਂਪਰੇਰੀ ਤੌਰ ਤੇ ਜੇਲ੍ਹ ਬਣਾਇਆ ਗਿਆ ਹੋਵੇ ਉੱਥੇ ਹੀ ਭੇਜ ਸਕਦੀ ਹੈ। ਜਾਂ ਫਿਰ ਕੋਰਟ ਇਹ ਕਹਿ ਸਕਦੀ ਹੈ ਵੀ ਇਸ ਬੰਦੇ ਨੂੰ ਅਰੈਸਟ ਕਰ। ਹਾਂਜੀ, ਆਵਾਜ਼ ਨਹੀਂ ਆ ਰਹੀ? ਹੈਲੋ ਹੈਲੋ, ਆਵਾਜ਼ ਆ ਰਹੀ ਹੈ? ਦੇਖੋ ਆ ਰਹੀ ਜੀ, ਬਰਾਬਰ ਆ ਰਹੀ ਹੈ ਜੀ। ਓਕੇ ਓਕੇ ਓਕੇ, ਜਿਸ ਨੂੰ ਆਵਾਜ਼ ਨਹੀਂ ਆ ਰਹੀ ਉਹ ਆਪਣਾ ਜਰਾ ਚੈੱਕ ਕਰ ਲਓ ਜੀ ਸਿਸਟਮ ਨੂੰ ਆਪਣੇ ਨੂੰ। ਅਰੈਸਟ ਐਂਡ ਡਿਟੈਂਸ਼ਨ ਦੀ ਗੱਲ ਕਰਦੇ ਹਾਂ। ਸੈਕਸ਼ਨ 55 ਬਹੁਤ ਇੰਪੋਰਟੈਂਟ ਸੈਕਸ਼ਨ ਹੈਗਾ। ਕਿਸ ਵਿਅਕਤੀ ਨੂੰ ਅਰੈਸਟ ਕੀਤਾ ਜਾ ਸਕਦਾ ਹੈ, ਅਰੈਸਟ ਕਰਕੇ ਕੀ ਕਰਨਾ ਚਾਹੀਦਾ ਹੈਗਾ। ਸਿਵਲ ਕੋਰਟ ਦੀ ਪਾਵਰ ਹੈਗੀ ਹੈ ਜਿਹੜਾ ਜਿਹੜੀ ਹੈਗਾ ਜਿਹੜਾ ਪੈਸੇ ਲੈਣ ਦੇਣ ਨਹੀਂ ਕਰਦਾ ਹੈਗਾ, ਜਿਹਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਵੀ ਹੈ, ਕੋਰਟ ਇਹ ਕਹਿ ਸਕਦੀ ਹੈ ਵਾਰੰਟ ਜਾਰੀ ਕਰ ਸਕਦੀ ਹੈ, ਠੀਕ ਹੈ, ਥਾਣੇ ਨੂੰ ਪੁਲਿਸ ਆਫੀਸਰ ਨੂੰ ਵਾਰੰਟ ਜਾਰੀ ਕਰਕੇ ਕੋਰਟ ਕਹਿ ਸਕਦੀ ਹੈ ਵੀ ਇਸ ਬੰਦੇ ਨੂੰ ਫੜ ਕੇ ਅਰੈਸਟ ਕਰਕੇ ਮੇਰੇ ਕੋਲੇ ਲੈ ਕੇ ਆਓ, ਮੇਰੀ ਕੋਰਟ 'ਚ ਪੇਸ਼ ਕਰੋ ਇੰਨੀ ਤਰੀਕ ਨੂੰ, ਠੀਕ ਹੈ। ਜਾਂ ਫਿਰ ਉਸਨੂੰ ਜੋ ਅਰੈਸਟ ਕਰਕੇ ਲੈ ਕੇ ਆਂਦਾ ਗਿਆ ਤਾਂ ਉਸਨੂੰ ਸਿਵਲ ਪ੍ਰਿਜ਼ਨ ਦੇ ਵਿੱਚ ਭੇਜਿਆ ਜਾ ਸਕਦਾ ਹੈ, ਜੇਲ੍ਹ ਭੇਜਿਆ ਜਾ ਸਕਦਾ ਹੈ। ਜੇਲ੍ਹ ਟੈਂਪਰੇਰੀ ਜੇਲ੍ਹ ਹੋਵੇ ਚਾਹੇ ਉਹ ਪਰਮਾਨੈਂਟ ਜੇਲ੍ਹ ਹੋਵੇ ਉੱਥੇ ਭੇਜਿਆ ਜਾ ਸਕਦਾ ਹੈ। ਐਟ ਐਨੀ ਆਵਰ ਐਟ ਐਨੀ ਡੇ, ਕਿਸੇ ਵੀ ਦਿਨ ਕਿਸੇ ਵੀ ਸਮੇਂ ਤੇ ਜਿਹੜੀ ਕੋਰਟ ਹੈਗੀ ਆ ਵਾਰੰਟ ਜਾਰੀ ਕਰੇਗੀ। ਵਾਰੰਟ ਦੇ ਉੱਪਰ ਡੇਟ ਪਾਏਗੀ, ਤਰੀਕ ਪਾਏਗੀ, ਇੰਨੀ ਤਰੀਕ ਨੂੰ ਇੰਨੇ ਟਾਈਮ ਤੇ ਜਾਂ ਦੁਪਹਿਰ ਤੋਂ ਪਹਿਲਾਂ ਜਾਂ ਦੁਪਹਿਰ ਤੋਂ ਬਾਅਦ ਇਸ ਵਿਅਕਤੀ ਨੂੰ ਅਰੈਸਟ ਕਰਕੇ ਵੀ ਕੋਰਟ ਪੇਸ਼ ਕੀਤਾ ਜਾਵੇ, ਠੀਕ ਹੈ। ਜਦੋਂ ਕੋਰਟ ਪੇਸ਼ ਕਰਨ ਤੋਂ ਬਾਅਦ ਜੇ ਕੋਈ ਕੋਰਟ ਸੈਟੀਸਫਾਈ ਹੁੰਦੀ ਹੈ ਉਹਦੀ ਗੱਲਬਾਤ ਤੋਂ ਗੱਲ ਵੱਖਰੀ ਹੈ, ਨਹੀਂ ਤਾਂ ਫਿਰ ਜਿਹੜੀ ਕੋਰਟ ਹੈਗੀ ਉਸਨੂੰ ਕੰਸਰਨ ਜਿਹੜੀ ਹੈਗੀ ਜੇਲ੍ਹ 'ਚ ਭੇਜ ਸਕਦੀ ਹੈ। ਇਹਦੀਆਂ ਕੁਝ ਐਕਸੈਪਸ਼ਨਸ ਹੈਗੀਆਂ ਨੇ। ਐਕਸੈਪਸ਼ਨਸ ਜਿਹਨੇ ਕੁਝ ਸ਼ਰਤਾਂ ਹੈਗੀਆਂ ਨੇ। ਪ੍ਰੋਵਾਈਡਡ ਡਵੈਲਿੰਗ ਹਾਊਸ ਨੋ ਐਂਟਰੀ ਆਫਟਰ ਸਨਸੈਟ ਬਿਫੋਰ ਸਨਰਾਈਜ਼। ਜੇ ਕੋਈ ਰਹਿਸ਼ੀ ਘਰ ਹੈਗਾ ਜਦੋਂ ਪੁਲਿਸ ਆਫੀਸਰ ਨੇ ਵਾਰੰਟ ਲੈ ਕੇ ਜਾਣਾ ਹੈ, ਠੀਕ ਹੈ, ਪੁਲਿਸ ਆਫੀਸਰ ਨੇ ਵਾਰੰਟ ਲੈ ਕੇ ਜਾਣਾ ਹੈ ਤਾਂ ਜਦੋਂ ਸੂਰਜ ਛਿਪ ਗਿਆ, ਸੂਰਜ ਛਿਪਣ ਤੋਂ ਬਾਅਦ ਉਸਦੇ ਘਰ 'ਚ ਰਹਿਸ਼ੀ ਘਰ 'ਚ ਐਂਟਰੀ ਨਹੀਂ ਕੀਤੀ ਜਾ ਸਕਦੀ। ਅਰੈਸਟ ਕਰਨ ਦੀ ਖਾਤਰ ਕਿਸੇ ਵਿਅਕਤੀ ਨੂੰ ਜਿਹੜੀ ਨੂੰ ਜਾਂ ਫਿਰ ਸੂਰਜ ਚੜ੍ਹਨ ਤੋਂ ਪਹਿਲਾਂ ਵੀ ਕਿਸੇ ਘਰ ਦੇ ਵਿੱਚ ਜਿਹੜੀ ਹੈਗੀ ਹੈ ਐਂਟਰੀ ਨਹੀਂ ਕੀਤੀ ਜਾ ਸਕਦੀ ਵਿਅਕਤੀ ਨੂੰ ਅਰੈਸਟ ਕਰਨ ਦੀ ਖਾਤਰ। ਸੈਕੰਡ ਪ੍ਰੋਵੀਜ਼ਨ ਕੀ ਹੈ? ਨੋ ਆਊਟਰ ਡੋਰ ਕੈਨ ਬੀ ਬ੍ਰੋਕਨ ਇਫ not in the possession of the GD। ਮੇ ਵੀ ਕੋਈ ਸਾਂਝਾ ਘਰ ਹੋਵੇ ਜਿਸ ਦੇ ਅੰਦਰ ਕਈ ਵਿਅਕਤੀ ਰਹਿੰਦੇ ਹੋਣ, ਠੀਕ ਹੈ, ਜਿਹੜਾ ਦਰਵਾਜ਼ਾ ਬਾਹਰਲਾ ਹੈਗਾ ਘਰ ਦਾ ਜੇਕਰ ਜਿਹੜੀ ਦੇ ਕਬਜ਼ੇ ਵਿੱਚ ਨਹੀਂ ਹੈਗਾ ਤਾਂ ਉਹਨੂੰ ਨਹੀਂ ਤੋੜਿਆ ਜਾਏਗਾ। ਜਾਂ ਫਿਰ ਜੇ ਜਿਹੜੀ ਹੈਗਾ ਅੰਦਰ ਹੈਗਾ ਤਾਂ ਜਿਹੜੀ ਰਿਫਿਊਜ਼ ਕਰਦਾ ਹੈ ਐਂਟਰੀ, ਇਫ ਜਿਹੜੀ ਰਿਫਿਊਜ਼ਸ ਦਾ ਐਂਟਰੀ ਮੇ ਬੀ ਬ੍ਰੋਕਨ, ਜੇ ਉਹ ਮਤਲਬ ਕਿ ਅੰਦਰ ਆਉਣ ਤੋਂ ਰੋਕਦਾ ਹੈ ਜਿਹੜੀ,
ਤਾਂ ਉਸ ਦਰਵਾਜ਼ੇ ਨੂੰ ਤੋੜ ਕੇ ਓਪਨ ਦ ਡੋਰ ਆਫ ਐਨੀ ਰੂਮ ਵਿੱਚ ਜੇਡੀ ਫਾਊਂਡ, ਜਿੱਥੇ ਲੱਗਦਾ ਵੀ ਜੇਡੀ ਇੱਥੇ ਲੁਕਿਆ ਹੋਇਆ ਹੈਗਾ, ਤਾਂ ਉਸ ਨੂੰ ਦਰਵਾਜ਼ੇ ਨੂੰ ਤੋੜ ਕੇ ਜਿਹੜਾ ਹੈਗਾ ਜੇਡੀ ਨੂੰ ਅਰੈਸਟ ਕੀਤਾ ਜਾ ਸਕਦਾ ਹੈ। ਦੈਨ ਜੇ ਕੋਈ ਲੇਡੀ ਹੈ, ਕੋਈ ਲੇਡੀ ਜਿਹਦੇ ਖਿਲਾਫ ਡਿਗਰੀ ਪਾਸ ਨਹੀਂ ਹੋਈ ਵੀ, ਬਟ ਜਿੱਥੇ ਕਿਤੇ ਜੇਡੀ ਛੁਪਿਆ ਹੋਇਆ ਹੈਗਾ, ਠੀਕ ਹੈ, ਵਾਰੰਟ ਆਫਿਸਰ ਨੂੰ ਲੱਗਦਾ ਹੈ ਵੀ ਇਸ ਕਮਰੇ 'ਚ ਜੇਡੀ ਛੁਪਿਆ ਹੋ ਸਕਦਾ ਹੈ, ਪਰ ਉਹ ਕਮਰਾ ਜਿਹੜਾ ਹੈਗਾ ਕਿਸੇ ਵੂਮਨ ਦਾ ਹੈਗਾ, ਵੂਮਨ ਉਸ ਕਮਰੇ 'ਚ ਰਹਿ ਰਹੀ ਹੈ, ਕਸਟਮਰੀ ਤੌਰ ਤੇ ਜਿਹੜੀ ਕਸਟਮਰ ਹੈ, ਕਸਟਮ ਸਾਡੇ ਅਲਾਉ ਕਰਦੇ ਆ ਵੀ ਉਹ ਜਿਹੜੀ ਜੇਡੀ ਹੈ, ਜਿਹੜੀ ਵੂਮਨ ਹੈਗੀ ਆ, ਉਹ ਆਮ ਪਬਲਿਕ ਦੇ ਵਿੱਚ ਆਉਣ ਤੋਂ ਉਹਦੀ ਮਨਾਹੀ ਕੀਤੀ ਗਈ ਹੈ। ਮੇ ਵੀ ਕੋਈ ਕਸਟਮਸ ਹੁੰਦੇ ਨੇ, ਯੂਸੇਜ ਹੁੰਦੀਆਂ ਨੇ ਕਿਸੇ ਧਰਮ ਦੇ ਵਿੱਚ, ਠੀਕ ਹੈ, ਜਿਹੜੀ ਲੇਡੀ ਹੈਗੀ ਆਮ ਪਬਲਿਕ ਦੇ ਵਿੱਚ ਨਹੀਂ ਆ ਸਕਦੀ, ਤਾਂ ਫਿਰ ਕੀ ਹੋਏਗਾ, ਨੋਟਿਸ ਭੇਜਿਆ ਜਾਵੇਗਾ ਉਸ ਲੇਡੀ ਨੂੰ, ਅਨਾਉਂਸਮੈਂਟ ਕੀਤੀ ਜਾਵੇਗੀ, ਨੋਟਿਸ ਟੂ ਕਮ ਆਊਟ, ਉਹਨੂੰ ਕਿਹਾ ਜਾਏਗਾ ਤੂੰ ਬਾਹਰ ਆ ਸਕਦੇ ਆ, ਉਹਨੂੰ ਬਾਹਰ ਆਉਣ ਦਾ ਪ੍ਰੋਪਰ ਸਮਾਂ, ਠੀਕ ਹੈ, ਪ੍ਰੋਪਰ ਓਪਰਚੁਨਿਟੀ ਦਿੱਤੀ ਜਾਵੇਗੀ ਬਾਹਰ ਆਉਣ ਦੀ ਲੇਡੀ ਨੂੰ, ਉਸਨੂੰ। ਫਿਰ ਉਸ ਤੋਂ ਬਾਅਦ ਹੀ ਜਿਹੜੀ ਹੈਗੀ ਹੈ ਪੁਲਿਸ ਆਫੀਸਰ ਉਸ ਕਮਰੇ ਦੇ ਵਿੱਚ ਐਂਟਰੀ ਕਰ ਸਕਦਾ ਹੈ। ਇੱਦਾਂ ਸਿੱਧਾ ਡਾਇਰੈਕਟਲੀ ਤੌਰ ਤੇ ਕੋਈ ਜਿਹੜਾ ਪੁਲਿਸ ਆਫੀਸਰ ਹੈ ਉਸ ਜਿਹੜੀ ਨੂੰ ਅਰੈਸਟ ਕਰਨ ਦੀ ਖਾਤਰ ਕਿਸੇ ਵੂਮਨ ਦੇ ਕਮਰੇ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ, ਜਿਸ ਲੇਡੀ ਨੂੰ ਕਸਟਮਰ ਦੇ ਤੌਰ ਤੇ, ਕਸਟਮ ਦੇ ਤੌਰ ਤੇ ਪਬਲਿਕ ਦੇ ਵਿੱਚ ਅਪੀਅਰ ਹੋਣ ਦੀ ਇਜਾਜ਼ਤ ਨਾ ਹੋਵੇ। ਦੈਨ ਇੱਕ ਐਕਸੈਪਸ਼ਨ ਹੋਰ ਹੈਗੀ ਹੈ, ਇਫ ਮਨੀ ਪੇਡ ਬਾਈ ਦਾ ਜੇਡੀ ਟੂ ਦਾ ਆਫੀਸਰ ਰਿਲੀਜ਼, ਜੇਕਰ ਜਿਹੜੀ ਮਨੀ ਹੈ, ਪੇਮੈਂਟ ਹੈ, ਮੰਨ ਲਓ ਕੋਈ ਲੱਖ ਰੁਪਏ ਦੀ ਡਿਗਰੀ ਪਾਸ ਹੋਈ ਵੀ ਹੈ, ਜੇਕਰ ਜੇਡੀ ਨੂੰ ਪੁਲਿਸ ਆਫੀਸਰ, ਵਾਰੰਟ ਆਫੀਸਰ ਅਰੈਸਟ ਕਰ ਲੈਂਦਾ ਹੈ, ਠੀਕ ਹੈ, ਪਰ ਜਿਹੜਾ ਜਿਹੜੀ ਹੈ ਉਹ ਪੁਲਿਸ ਆਫੀਸਰ ਨੂੰ ਮੌਕੇ ਤੇ ਹੀ ਪੇਮੈਂਟ ਦੇ ਦਿੰਦਾ ਹੈ, ਤਾਂ ਉਸ ਨੂੰ ਉਸੇ ਵੇਲੇ ਰਿਲੀਜ਼ ਕੀਤਾ ਜਾ ਸਕਦਾ ਹੈ ਪੁਲਿਸ ਆਫੀਸਰ ਵੱਲੋਂ। ਗਵਰਨਮੈਂਟ ਕਈ ਜਗ੍ਹਾ ਤੇ ਪ੍ਰੋਵਾਈਡਡ ਦੇ ਵਿੱਚ ਸੈਕੰਡ ਸਬਸੈਕਸ਼ਨ ਹੈਗਾ, ਸਟੇਟ ਗਵਰਨਮੈਂਟ ਕੋਈ ਨੋਟੀਫਿਕੇਸ਼ਨ ਫਾਈਲ ਕਰ ਸਕਦੀ, ਨੋਟੀਫਿਕੇਸ਼ਨ ਪਾਸ ਕਰ ਸਕਦੀ ਹੈ। ਕਿਉਂ ਕਰ ਸਕਦੀ ਹੈ ਪਾਸ? ਕਿਸੇ ਵਿਅਕਤੀ ਪਾਰਟੀਕੂਲਰ ਦੇ ਸੰਬੰਧ ਵਿੱਚ, ਵੀ ਇਸ ਪਾਰਟੀਕੂਲਰ ਵਿਅਕਤੀ ਨੂੰ ਜੇਕਰ ਅਸੀਂ ਅਰੈਸਟ ਕਰਾਂਗੇ ਕਿਸੇ ਵੀ ਕਾਰਨ, ਪਹਿਲਾਂ ਹੀ ਕੋਈ ਨੋਟੀਫਿਕੇਸ਼ਨ ਪਾਸ ਕੀਤਾ ਹੈ ਸਰਕਾਰ ਨੇ, ਰਿਲੀਜਨ ਨੂੰ ਲੈ ਕੇ ਜਾਂ ਕਿਸੇ ਪਾਰਟੀਕੂਲਰ ਸੈਕਟ ਨੂੰ ਲੈ ਕੇ, ਕਿਸੇ ਪਾਰਟੀਕੂਲਰ ਧਰਮ ਨੂੰ ਲੈ ਕੇ ਕੋਈ ਵਿਅਕਤੀ ਇੱਦਾਂ ਦਾ ਹੈਗਾ ਵੀ ਜੇ ਇਸ ਵਿਅਕਤੀ ਨੂੰ ਕਦੇ ਅਰੈਸਟ ਕਰੇਗੀ ਕੋਈ ਪੁਲਿਸ, ਤਾਂ ਜਿਹੜਾ ਹੈਗਾ ਪਬਲਿਕ ਨੂੰ ਡੇਂਜਰ ਹੈਗੀ ਹੈ, ਡੇਂਜਰ ਟੂ ਦਾ ਪਬਲਿਕ, ਅਸ਼ਾਂਤੀ ਭੰਗ ਹੋ ਸਕਦੀ ਹੈ, ਐਸਾ ਹੋ ਸਕਦਾ ਹੈ, ਕੁਝ ਐਸਾ ਨੋਟੀਫਿਕੇਸ਼ਨ ਸਰਕਾਰ ਨੇ ਪਾਸ ਕੀਤਾ ਹੈ ਹੋਵੇ, ਡੇਂਜਰ ਟੂ ਦਾ ਪਬਲਿਕ ਐਨੀ ਅਰੈਸਟ, ਠੀਕ ਹੈ, ਤਦ ਵੀ ਉਸ ਜਿਹੜਾ ਵਿਅਕਤੀ ਨੂੰ ਅਰੈਸਟ ਨਹੀਂ ਕੀਤਾ ਜਾਏਗਾ। ਫਿਰ ਇਹ ਸਬਸੈਕਸ਼ਨ 3 ਦੇ ਵਿੱਚ, ਇਫ ਜੇਡੀ ਅਰੈਸਟਡ ਬਿਫੋਰ ਕੋਰਟ ਕੈਨ ਬੀ ਆਸਕਡ ਟੂ ਅਪਲਾਈ ਟੂ ਡਿਕਲੇਅਰ ਹਿਮ, ਜੇਕਰ ਜੇਡੀ ਨੂੰ ਅਰੈਸਟ ਕਰਕੇ ਕੋਰਟ 'ਚ ਲੈ ਕੇ ਆ ਗਿਆ, ਪੁਲਿਸ ਆਫੀਸਰ ਨੇ ਜੇਡੀ ਨੂੰ ਅਰੈਸਟ ਕਰਕੇ ਕੋਰਟ 'ਚ ਲਿਆਂਦਾ, ਤਾਂ ਕੋਰਟ ਉਸ ਨੂੰ ਕਹਿ ਸਕਦੀ ਹੈ ਵੀ ਤੂੰ, ਤੇਰੇ ਕੋਲ ਪੈਸੇ ਲੈਣ ਦੇ ਨੂੰ ਜੇ ਹੈ ਨਹੀਂ ਗਏ, ਤੇਰੇ ਕੋਲ ਕੋਈ ਪੈਸਾ ਨਹੀਂ ਹੈਗਾ, ਤੇਰੇ ਕੋਲ ਕੋਈ ਪ੍ਰੋਪਰਟੀ ਨਹੀਂ ਹੈਗੀ, ਤੂੰ ਆਪਣੇ ਆਪ ਨੂੰ ਇਨਸੋਲਵੈਂਟ ਡਿਕਲੇਅਰ ਕਰ ਸਕਦਾ ਹੈ, ਆਪਣੇ ਆਪ ਨੂੰ ਇਨਸੋਲਵੈਂਟ, ਦਿਵਾਲੀਆ ਘੋਸ਼ਿਤ ਕਰ ਸਕਦਾ ਹੈ। ਇਫ ਜੇਡੀ ਅਰੈਸਟਡ ਬਿਫੋਰ ਦਾ ਕੋਰਟ ਕੈਨ ਬੀ ਆਸਕਡ ਟੂ ਅਪਲਾਈ ਟੂ ਡਿਕਲੇਅਰ ਹਿਮਸੈਲਫ ਇਨਸੋਲਵੈਂਟ ਮੇ ਬੀ ਡਿਸਚਾਰਜ, ਜੋ ਆਪਣੇ ਆਪ ਨੂੰ ਦਿਵਾਲੀਆ ਘੋਸ਼ਿਤ ਕਰਦਾ ਹੈ, ਜੇਡੀ ਦਿਵਾਲੀਆ ਘੋਸ਼ਿਤ ਕਰਨ ਲਈ ਐਪਲੀਕੇਸ਼ਨ ਦਿੰਦਾ, ਅਪਲਾਈ ਕਰਦਾ ਹੈ, ਠੀਕ ਹੈ, ਤਾਂ ਉਸ ਜੇਡੀ ਨੂੰ ਵੀ ਜਿਹੜੀ ਕੋਰਟ ਹੈਗੀ ਹੈ ਡਿਸਚਾਰਜ ਕਰ ਸਕਦੀ ਹੈ। ਨੈਕਸਟ ਹੈ ਸਬਸੈਕਸ਼ਨ 4, ਸੈਕਸ਼ਨ 55 ਦਾ ਸਬਸੈਕਸ਼ਨ 4, ਇਫ ਜੇਡੀ ਐਕਸਪ੍ਰੈਸ ਹਿਜ਼ ਇੰਟੈਂਸ਼ਨ, ਜੇ ਜੇਡੀ ਆਪਦੀ ਅਟੈਂਸ਼ਨ ਨੂੰ ਮਤਲਬ ਐਕਸਪ੍ਰੈਸ ਕਰਦਾ ਹੈ, ਕੀ ਕਰਦਾ ਹੈ, ਟੂ ਅਪਲਾਈ ਟੂ ਬੀ ਡਿਕਲੇਅਰ ਐਨ ਇਨਸੋਲਵੈਂਟ, ਉਹ ਕਹਿੰਦਾ ਠੀਕ ਹੈ, ਹਾਂ ਮੇਰੇ ਕੋਲ ਪੈਸੇ ਲੈਣ ਦੇਣ ਕੋਈ ਨਹੀਂ ਹੈਗਾ, ਜੇ ਕੋਈ ਮੇਰੇ ਕੋਲ ਪ੍ਰਾਪਰਟੀ ਹੈਗੀ ਹੈ, ਮੈਂ ਆਪਦੇ ਆਪ ਨੂੰ ਦਿਵਾਲੀਆ ਘੋਸ਼ਿਤ ਕਰਦਾ, ਮੇਰੀ ਪ੍ਰਾਪਰਟੀ ਨੂੰ ਵੇਚ ਕੇ ਵੱਟ ਕੇ ਜੋ ਵੀ ਪੇਮੈਂਟ ਹੈ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਹੱਥ 'ਚ ਡਿਗਰੀ ਕੋਈ ਪਾਸ ਹੋਈ ਵੀ, 1 ਡਿਗਰੀ ਪਾਸ ਹੋਈ ਹੈ, 2 ਪਾਈ ਹੈ, 3 ਪਾਸ ਹੋਈਆਂ ਵੀ ਹੈ, ਇਹਨਾਂ ਨੂੰ ਜਿਹੜਾ ਵੇਚ ਵੱਟ ਕੇ ਸਰਕਾਰ ਆਪਦੇ ਪੱਧਰ ਤੇ ਇਹਨਾਂ ਦਾ ਜਿਹੜਾ ਨਿਬੇੜਾ ਕਰ ਸਕਦੀ ਹੈ, ਪ੍ਰਪੋਰਸ਼ਨਲੀ ਪੇਮੈਂਟ ਦੇ ਸਕਦੀ ਹੈ। ਮੇਰੀ ਪ੍ਰਾਪਰਟੀ ਸਾਰੀ 10 ਲੱਖ ਰੁਪਏ ਦੀ ਹੈ, ਮੈਂ ਦੇਣਾ ਕਰੋੜ ਰੁਪਏ ਹੈਗਾ, ਮੈਂ ਆਪਦੇ ਆਪ ਨੂੰ ਦਿਵਾਲੀਆ ਘੋਸ਼ਿਤ ਕਰਦਾ, ਠੀਕ ਹੈ, ਜਿਹੜੀ ਮੇਰੀ ਪ੍ਰਾਪਰਟੀ ਸੇਲ ਕਰਕੇ ਇਹਨਾਂ 'ਚ ਵੰਡ ਦਿੱਤੀ ਜਾਵੇ। ਜੋ ਇਦਾਂ ਦੀ ਅਟੈਂਸ਼ਨ ਸਾਬਤ ਕਰਦਾ ਆਪਦੀ, ਜਿਹੜਾ ਜਿਹੜੀ ਹੈਗਾ ਟੂ ਅਪਲਾਈ ਕਰਦਾ ਕੋਰਟ ਨੂੰ, ਡਿਕਲੇਅਰ ਐਨ ਇਨਸੋਲਵੈਂਟ, ਫਰਨਿਸ਼ਿੰਗ ਸਿਕਿਉਰਿਟੀ, ਨਾਲ ਸਿਕਿਉਰਿਟੀ ਵੀ ਦਿੰਦਾ ਹੈਗਾ ਇਸ ਗੱਲ ਦੀ, ਵਿਦ ਇਨ 1 ਮੰਥ ਅਪਲਾਈ, 1 ਮਹੀਨੇ ਦੇ ਅੰਦਰ ਅੰਦਰ ਉਹ ਅਪਲਾਈ ਕਰਦਾ ਹੈ, ਕੋਰਟ ਨੂੰ ਸਮਾਂ ਦਿੰਦੀ ਹੈ, ਵਿਲ ਅਪੀਅਰ ਇਨ ਦਾ ਕੋਰਟ ਵੈਨ ਕਾਲਡ, ਤੇ ਨਾਲ ਇਹ ਵੀ ਕਹਿੰਦਾ ਸਿਕਿਉਰਿਟੀ ਦਿੰਦਾ ਵੀ ਮੈਂ ਜਦੋਂ ਕੋਰਟ ਮੈਨੂੰ ਬੁਲਾਏਗੀ ਮੈਂ ਕੋਰਟ 'ਚ ਹਾਜ਼ਰ ਹੋਵਾਂਗਾ, ਠੀਕ ਹੈ, ਕੋਰਟ ਮੇ ਰਿਲੀਜ਼ ਫਰੋਮ ਦਾ ਅਰੈਸਟ, ਤਾਂ ਕੋਰਟ ਉਸ ਨੂੰ ਛੱਡ ਸਕਦੀ ਹੈ ਉਹਦੀ ਸਿਕਿਉਰਿਟੀ ਲੈ ਕੇ, ਤੇ ਉਹਦੇ
1 ਮਿੰਟ ਦਾ ਸਮਾਂ ਦੇ ਕੇ ਵੀ ਤੂੰ ਅਪਲਾਈ ਕਰ ਦੇ। ਇਫ ਫੇਲਸ ਟੂ ਅਪਲਾਈ ਐਂਡ ਅਪੀਅਰਸ ਇਨ ਦਾ ਕੋਰਟ, ਜੋ ਕੋਰਟ 'ਚ ਵੀ ਨਹੀਂ ਆਉਂਦਾ ਤੇ 1 ਮਿੰਟ ਦਾ ਸਮੇਂ ਦਾ ਜਿਹੜਾ ਉਹਨੂੰ ਦਿੱਤਾ ਹੈ ਸੀ ਉਹਦੇ ਲਈ ਉਹ ਦਿਵਾਲੀਆ ਘੋਸ਼ਿਤ ਵੀ ਨਹੀਂ ਕਰਦਾ, ਆਪਣੇ ਆਪ ਨੂੰ ਅਪਲਾਈ ਵੀ ਨਹੀਂ ਕਰਦਾ ਹੈਗਾ। ਸਿਕਿਉਰਿਟੀ ਮੇ ਵੀ ਰੀਅਲਾਈਜ਼ ਜਿਹੜੀ ਸਿਕਿਉਰਿਟੀ ਉਹ ਜ਼ਬਤ ਕਰ ਲਈ ਜਾਵੇਗੀ। ਪੁੱਟ ਹਿਮ ਇਨ ਦਾ ਪ੍ਰਿਜ਼ਨ, ਤਾਂ ਉਸ ਵਿਅਕਤੀ ਨੂੰ ਫਿਰ ਅਰੈਸਟ ਕਰਕੇ ਜਿਹੜਾ ਹੈਗਾ ਜੇਲ੍ਹ 'ਚ ਭੇਜਿਆ ਜਾ ਸਕਦਾ ਕੋਰਟ ਵੱਲੋਂ। ਨੈਕਸਟ ਹੈ ਸੈਕਸ਼ਨ 56। ਕੀ ਹੈ? ਇਹ ਐਕਸੈਪਸ਼ਨ ਹੈਗੀ ਹੈ, ਇਹ ਵੂਮੈਨ ਨੂੰ ਜਿਹੜੀ ਹੈਗੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਜੇ ਕਿਸੇ ਵੂਮੈਨ ਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੋਵੇ, ਮਨੀ ਡਿਗਰੀ ਪਾਸ ਹੋਈ ਹੋਵੇ, ਮਨੀ ਡਿਗਰੀ, ਠੀਕ ਹੈ, ਤਾਂ ਉਸ ਜਿਹੜੀ ਲੇਡੀ ਹੈ, ਲੇਡੀ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਡਿਗਰੀ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ। ਇਹ ਸੈਕਸ਼ਨ 56 ਦੇ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਫਾਰ ਦਾ ਵੂਮੈਨ ਹੈਗੀ ਹੈ। ਪ੍ਰੋਹਿਬਿਸ਼ਨ ਆਫ ਅਰੈਸਟ ਔਰ ਡਿਟੈਂਸ਼ਨ ਆਫ ਦਾ ਵੂਮੈਨ ਇਨ ਦਾ ਐਗਜ਼ੀਕਿਊਸ਼ਨ ਆਫ ਏ ਮਨੀ ਡਿਗਰੀ। ਮਨੀ ਡਿਗਰੀ ਦੀ ਪੈਸਾ ਦਾ ਲੈਣ ਦੇਣ। ਸੈਕਸ਼ਨ 57 ਸਬਸਿਸਟੈਂਸ ਅਲਾਉਂਸ। ਸਬਸਿਸਟੈਂਸ ਅਲਾਉਂਸ ਕੀ ਹੁੰਦਾ? ਭੱਤਾ, ਗੁਜ਼ਾਰਾ ਭੱਤਾ। ਮਤਲਬ ਕਿ ਜਦੋਂ ਕਿਸੇ ਵਿਅਕਤੀ ਨੂੰ ਕੋਰਟ ਦੇ ਵਿੱਚ ਭੇਜਿਆ, ਕੋਰਟ ਨੇ ਅਰੈਸਟ ਕਰਕੇ ਕਿਸੇ ਜੇਲ੍ਹ 'ਚ ਭੇਜਿਆ ਜਾਂਦਾ ਹੈ, ਤਾਂ ਜੇਲ੍ਹ ਦੇ ਵਿੱਚ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਕੁਝ ਪੇਮੈਂਟ ਜਮ੍ਹਾਂ ਕਰਨੀ ਹੁੰਦੀ ਹੈ, ਜਾਣੀ ਕਿ ਖਾਣੇ ਰੋਟੀ ਦੇ ਲਈ, ਖਾਣ ਦੇ ਲਈ ਜਿਹੜੀ ਪੇਮੈਂਟ ਹੁੰਦੀ ਹੈ ਕੁਝ, ਜਿਹਨੂੰ ਸਬਸਿਸਟੈਂਸ ਅਲਾਉਂਸ ਅਸੀਂ ਕਹਿੰਦੇ ਨੇ। ਪੰਜਾਬੀ 'ਚ ਕੀ ਵਰਡ ਹੈਗਾ ਇਹਦਾ? ਚਲੋ ਮੇਰੇ ਧਿਆਨ ਨਹੀਂ ਆ ਰਿਹਾ, ਪੰਜਾਬੀ 'ਚ ਕੋਈ ਹੋਰ ਸ਼ਬਦ ਆਪਾਂ ਬੋਲਦੇ ਹੁੰਦੇ ਹਾਂ ਇਸ ਨੂੰ, ਜਦੋਂ ਗੁਜ਼ਾਰਾ ਭੱਤਾ ਜੀ। ਗੁਜ਼ਾਰਾ ਭੱਤਾ, ਹਾਂ। ਅਸੀਂ ਜਦੋਂ ਅਸੀਂ ਕਿਸੇ ਵਿਅਕਤੀ ਨੂੰ, ਜਿਹੜੀ ਪੁਲਿਸ ਆਫੀਸਰ ਹੁੰਦੇ ਨੇ, ਅਰੈਸਟ ਕਰਕੇ ਕਿਸੇ ਜੇਲ੍ਹ 'ਚ ਭੇਜਦੇ ਨੇ, ਤਾਂ ਜੇਲ੍ਹ ਦੇ ਵਿੱਚ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਕੁਝ ਪੇਮੈਂਟ ਜਮ੍ਹਾਂ ਕਰਨੀ ਹੁੰਦੀ ਹੈ, ਤਾਂ ਕਿ ਜਿਹੜੀ ਰੋਟੀ ਜੇਲ੍ਹ ਦੀ ਹੈਗੀ ਆ ਉਹਦਾ ਜਿਹੜਾ ਉਹਦੇ ਇਵਜ਼ ਦੇ ਵਿੱਚ ਕੁਝ ਪੇਮੈਂਟ ਜਮ੍ਹਾਂ ਕਰਨੀ ਹੁੰਦੀ ਹੈ, ਠੀਕ ਹੈ। ਉਹ ਸਬਸਿਸਟੈਂਸ ਅਲਾਉਂਸ ਕਿਹਾ ਜਾਂਦਾ ਹੈ। ਗਵਰਨਮੈਂਟ ਫਿਕਸ ਸਕੇਲ ਮੰਥਲੀ ਐਜ਼ ਪਰ ਦਾ ਰੈਂਕ, ਰੇਸ ਐਂਡ ਨੈਸ਼ਨੈਲਿਟੀ। ਕਿਸੇ ਵਿਅਕਤੀ ਦਾ ਕਿਹੜਾ ਰੈਂਕ ਹੈਗਾ, ਕੀ ਉਹਦੀ ਕਿੰਨੀ ਪੇਮੈਂਟ ਮੰਥਲੀ ਜਿਹੜੀ ਹੈਗੀ ਉਹ ਵਿਅਕਤੀ ਜਮ੍ਹਾਂ ਕਰਾਏਗਾ ਜਿਹੜਾ ਜੇਲ੍ਹ ਦੇ ਵਿੱਚ ਰਹੇਗਾ। ਇਹ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਿਹੜਾ ਹੈਗਾ ਫਿਕਸ ਕੀਤਾ ਜਾਂਦਾ, ਉਹਦੀ ਸਕੇਲ ਫਿਕਸ ਕੀਤੀ ਜਾਂਦੀ ਹੈ। ਫਿਰ ਇਹ ਸਮੇਂ ਦੀ ਗੱਲ ਕੀਤੀ ਜਾਂਦੀ ਹੈ ਵੀ ਕਿੰਨੇ ਸਮੇਂ ਦੇ ਲਈ। ਸੈਕਸ਼ਨ 58 ਹੈਗਾ ਵੀ ਕਿੰਨੇ ਸਮੇਂ ਦੇ ਲਈ ਕਿਸੇ ਵਿਅਕਤੀ ਨੂੰ ਅਸੀਂ ਜੇਲ੍ਹ 'ਚ ਰੱਖ ਸਕਦੇ ਹਾਂ। ਟਾਈਮ ਆਫ ਦਾ ਡਿਟੈਂਸ਼ਨ, ਜੇਲ੍ਹ ਦੇ ਵਿੱਚ ਡਿਗਰੀ ਦੀ ਐਗਜ਼ੀਕਿਊਸ਼ਨ ਦੇ ਖਾਤਰ, ਡਿਗਰੀ ਦੀ ਐਗਜ਼ੀਕਿਊਸ਼ਨ ਦੇ ਖਾਤਰ ਕਿਸ ਵਿਅਕਤੀ ਨੂੰ ਕਿੰਨੇ ਸਮੇਂ ਦੇ ਲਈ ਜੇਲ੍ਹ 'ਚ ਰੱਖਿਆ ਜਾ ਸਕਦਾ ਹੈ। ਇਹ ਸੈਕਸ਼ਨ 58 ਹੈਗਾ। ਜੇਕਰ ਡਿਗਰੀ ਜਿਹੜੀ ਹੈਗੀ ਹੈ 5000 ਤੋਂ ਪਲੱਸ ਹੋਵੇ, 5000 ਤੋਂ ਵੱਧ ਹੋਵੇ। ਪਰ ਹੁਣ ਤਾਂ ਦੇਖੋ ਇਹ ਗੱਲਾਂ ਸਾਰੀਆਂ ਬਦਲ ਚੁੱਕੀਆਂ, ਥੋੜ੍ਹੀਆਂ ਅਮੈਂਡਮੈਂਟ ਦੀ ਜ਼ਰੂਰਤ ਹੈਗੀ ਹੈ। ਪਰ ਜੇ ਡਿਗਰੀ 5000 ਜਾਂ 5000 ਤੋਂ ਉੱਪਰ ਹੋਵੇ ਤਾਂ ਮੈਕਸੀਮਮ 3 ਮਹੀਨੇ ਤੱਕ ਕਿਸੇ ਵਿਅਕਤੀ ਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ ਡਿਗਰੀ ਨੂੰ ਐਗਜ਼ੀਕਿਊਟ ਕਰਨ ਦੀ ਖਾਤਰ, ਠੀਕ ਹੈ। ਜੇਕਰ ਡਿਗਰੀ 2000 ਤੋਂ ਲੈ ਕੇ 5000 ਦੇ ਵਿਚਕਾਰ ਹੈਗੀ ਹੈ ਤਾਂ 6 ਹਫ਼ਤਿਆਂ ਦੇ ਲਈ ਹੀ ਜੇਲ੍ਹ ਦੇ ਵਿੱਚ ਜਿਹੜੀ ਨੂੰ ਰੱਖਿਆ ਜਾ ਸਕਦਾ ਹੈ, ਵੱਧ ਸਮੇਂ ਲਈ ਰੱਖਿਆ ਜਾ ਸਕਦਾ। ਫਿਰ ਜਿਹੜੀ ਕੈਨ ਬੀ ਰਿਲੀਜ਼ਡ ਬਿਫੋਰ ਦਾ ਐਕਸਪਾਇਰੇਸ਼ਨ ਆਫ ਦਾ ਟਰਮ। ਇਹ ਟਰਮ ਹੈਗੀ 3 ਮਹੀਨਿਆਂ ਦੀ ਜਾਂ 6 ਵੀਕ ਦੀ। ਇਹ ਟਰਮ ਤੋਂ ਪਹਿਲਾਂ ਵੀ ਜਿਹੜੀ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਕਿਉਂ ਕੀਤਾ ਜਾ ਸਕਦਾ ਹੈ? ਜੇ ਜਿਹੜਾ ਜਿਹੜੀ ਆ ਉਹ ਪੇਮੈਂਟ ਅਦਾ ਕਰ ਦੇਵੇ, ਗੱਲ ਤਾਂ ਪੇਮੈਂਟ ਦੀ ਹੈ, ਠੀਕ ਹੈ। ਜੇ ਪੇਮੈਂਟ ਜੇਲਰ ਨੂੰ ਜਾ ਕੇ ਪੇਮੈਂਟ ਜੇਲ੍ਹ ਇੰਚਾਰਜ ਨੂੰ ਹੀ ਪੇਮੈਂਟ ਦੇ ਜਾਂਦਾ ਵੀ ਅੱਜ ਕੁਝ ਪੇਮੈਂਟ ਤਾਂ ਮੈਂ ਇੰਤਜ਼ਾਮ ਕਰ ਲਿਆ, ਤੇ ਜਿਹੜਾ ਜੇਲ੍ਹ ਆਫੀਸਰ ਹੈਗਾ ਉਹ ਕੋਰਟ ਨੂੰ ਲਿਖ ਕੇ ਭੇਜ ਸਕਦਾ, ਤਾਂ ਉਸ ਵਿਅਕਤੀ ਨੂੰ ਜਿਹੜਾ ਹੈਗਾ ਉਸ ਜਿਹੜਾ ਸਮਾਂ ਨਿਯਤ ਹੈ 3 ਮਹੀਨੇ ਦਾ ਜਾਂ 6 ਹਫ਼ਤੇ ਦਾ, ਉਸ ਤੋਂ ਪਹਿਲਾਂ ਵੀ ਉਸ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਉਹ ਡਿਗਰੀ ਫੁੱਲੀ ਸੈਟੀਸਫਾਈ ਕਰਾ ਦੇਵੇ ਕਿਸੇ ਵੀ ਤਰੀਕੇ ਦੇ ਨਾਲ, ਡਿਗਰੀ ਸੈਟੀਸਫਾਈ ਹੋ ਗਈ ਤਾਂ ਹੀ ਮੇ ਬੀ ਰਿਲੀਜ਼ਡ ਔਨ ਦਾ ਰਿਕੁਐਸਟ ਆਫ ਦਾ ਡਿਗਰੀ ਹੋਲਡਰ। ਜਾਂ ਫਿਰ ਡਿਗਰੀ ਹੋਲਡਰ ਜਿਸ ਵਿਅਕਤੀ ਨੂੰ ਅਰੈਸਟ ਕਰਵਾਇਆ, ਜਿਹਦੇ ਹੱਥ 'ਚ ਡਿਗਰੀ ਪਾਸ ਹੋਈ ਵੀ ਹੈ, ਜੇ ਉਹਦੇ ਤੇ ਕੋਈ ਇੱਦਾਂ ਦਾ ਪ੍ਰੈਸ਼ਰ ਹੋ ਜਾਏ ਕੋਈ ਲੋਕਾਂ ਦਾ, ਜਾਂ ਤੂੰ ਕਿਉਂ ਇਹਨੂੰ ਜੇਲ੍ਹ ਕਰਵਾ ਦਿੱਤੀ ਹੈ, ਤਾਂ ਉਹ ਅੰਡਰ ਪ੍ਰੈਸ਼ਰ ਆ ਕੇ ਜਿਵੇਂ ਵੀ ਮਰਜ਼ੀ ਹੈਗਾ ਉਹ ਕੋਰਟ ਨੂੰ ਰਿਕੁਐਸਟ ਕਰਦਾ ਹੈ, ਲਿਖ ਕੇ ਦਿੰਦਾ ਵੀ ਇਸ ਬੰਦੇ ਦੀ ਜਿਹੜੀ ਜੇਲ੍ਹ ਹੈਗੀ ਹੈ ਇਹਨੂੰ ਬਾਹਰ ਕੱਢਿਆ ਜਾਵੇ, ਇਹਨੂੰ ਛੱਡ ਦਿੱਤਾ ਜਾਵੇ। ਤਾਂ ਡਿਗਰੀ ਹੋਲਡਰ ਦੀ ਰਿਕੁਐਸਟ ਤੇ ਵੀ ਜਿਹੜਾ ਹੈਗਾ ਜਿਹੜੀ ਹੈਗਾ ਉਸਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਜਾਂ ਫਿਰ ਜਦੋਂ ਉਹਨੂੰ ਜੇਲ੍ਹ ਭੇਜਿਆ ਜਾਂਦਾ ਜਿਹੜੀ ਨੂੰ, ਤਾਂ ਜਿਹੜੀ ਗੁਜ਼ਾਰਾ ਭੱਤਾ ਹੈਗਾ ਸਬਸਿਸਟੈਂਸ ਅਲਾਉਂਸ ਹੈ ਉਹ ਭਰਨਾ ਕਿਹਨੇ ਹੁੰਦਾ ਹੈ? ਸਰਕਾਰ ਨੇ ਨਹੀਂ ਭਰਨਾ। ਜਿਸ ਦੇ ਖਾਤਰ ਜਿਹਦੀ ਕਾਰਨ ਉਸ ਵਿਅਕਤੀ ਨੂੰ ਜਿਹੜੀ ਨੂੰ ਜੇਲ੍ਹ 'ਚ ਭੇਜਿਆ ਜਾ ਰਿਹਾ ਹੈ, ਉਸ ਵਿਅਕਤੀ ਦੀ ਜਿਹੜੀ ਡਿਗਰੀ ਹੋਲਡਰ ਦੀ ਜ਼ਿੰਮੇਵਾਰੀ ਬਣਦੀ ਹੈ ਗੁਜ਼ਾਰਾ ਭੱਤਾ ਜਮ੍ਹਾਂ ਕਰਾਉਣ ਦੀ। ਸਬਸਿਸਟੈਂਸ ਅਲਾਉਂਸ ਜੇਲ੍ਹ ਦੇ ਵਿੱਚ ਜਮ੍ਹਾਂ ਕਰਾਉਣ ਦੀ ਜ਼ਿੰਮੇਵਾਰੀ ਬਣਦੀ ਹੈ ਡਿਗਰੀ ਹੋਲਡਰ ਦੀ। ਜੇ ਡਿਗਰੀ ਹੋਲਡਰ ਉਹ ਗੁਜ਼ਾਰਾ ਭੱਤਾ ਜਮ੍ਹਾਂ ਨਹੀਂ ਕਰਵਾਉਂਦਾ ਤਦ ਵੀ ਉਸ ਵਿਅਕਤੀ ਨੂੰ ਜਿਹੜਾ ਹੈਗਾ ਰਿਲੀਜ਼ ਕੀਤਾ ਜਾ ਸਕਦਾ। ਜੇਕਰ ਅੱਗੇ ਇੱਕ ਸੈਕਸ਼ਨ ਨਵਾਂ ਐਡ ਕੀਤਾ ਗਿਆ
सबसेक्शन 1A ਇਹ 'ਚ ਕੀ ਕਿਹਾ ਹੈ, ਇਫ ਦਾ ਜਿਹੜੀ ਅਮਾਉਂਟ ਹੈ 2000 ਤੋਂ ਘੱਟ ਹੈਗੀ ਹੈ ਤਾਂ ਉਹਨੂੰ ਸਿਵਲ ਪ੍ਰਿਜ਼ਨ 'ਚ ਕਿਸੇ ਵਿਅਕਤੀ ਨੂੰ ਨਹੀਂ ਭੇਜਿਆ ਜਾ ਸਕਦਾ। ਡਿਗਰੀ ਦੀ ਜਿਹੜੀ ਅਮਾਉਂਟ ਹੈ ਲੈਸ ਦੈਨ 2000 ਹੈਗੀ ਹੈ, ਠੀਕ ਹੈ, ਤਾਂ ਉਸਨੂੰ ਸਿਵਲ ਪ੍ਰਿਜ਼ਨ 'ਚ ਨਹੀਂ ਭੇਜਿਆ ਜਾ ਸਕਦਾ। ਜੇਕਰ ਕਿਸੇ ਵਿਅਕਤੀ ਨੂੰ ਜੇਲ੍ਹ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਜਾਂਦਾ ਹੈ, ਮੰਨ ਲਓ ਉਹਦੇ ਖਿਲਾਫ ਕੋਈ ਡਿਗਰੀ ਹੈ ਲੱਖ ਰੁਪਏ ਦੀ, ਠੀਕ ਹੈ, ਉਹਨੂੰ ਸਮਾਂ ਨਿਯਤ ਤੇ ਜਿਹੜਾ ਹੈਗਾ ਸੀ 3 ਮਹੀਨਿਆਂ ਦੇ ਲਈ ਜੇਲ੍ਹ 'ਚ ਭੇਜਿਆ ਗਿਆ ਸੀ, 3 ਮਹੀਨੇ ਪੂਰੇ ਹੋ ਗਏ, ਠੀਕ ਹੈ, ਉਹਨੂੰ ਰਿਲੀਜ਼ ਕਰ ਦਿੱਤਾ, ਠੀਕ ਹੈ, ਤਾਂ ਰਿਲੀਜ਼ ਕਰਨ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜੀ ਅਮਾਉਂਟ ਹੈ ਲੱਖ ਰੁਪਏ ਦੀ ਉਹ ਡਿਸਚਾਰਜ ਹੋ ਗਈ, ਉਹਦੇ ਉੱਪਰ ਉਹਦੇ ਅਗੇਂਸਟ ਉਦੋਂ ਹੀ ਖੜੀ ਰਹੇਗੀ। ਨੋ ਡਿਸਚਾਰਜ ਆਫ ਡੈਟ, ਨੋ ਰੀਅਰੈਸਟ। ਤੇ ਇਹ ਵੀ ਨਾਲ ਹੈਗਾ ਇਸ ਸਬਸੈਕਸ਼ਨ 2 ਦੇ ਵਿੱਚ, ਜਦੋਂ ਇੱਕ ਵਿਅਕਤੀ ਨੂੰ ਜੇਲ੍ਹ ਭੇਜ ਕੇ ਕਾਰਵਾਈ ਕਰ ਲਈ ਤੁਸੀਂ, ਜੇਲ੍ਹ ਕੋਰਟ ਕਿਉਂ ਭੇਜਦੀ ਹੈ? ਇੱਕ ਦਬਕਾ ਹੈਗਾ ਸਮਾਜ ਦੇ ਵਿੱਚ, ਉਸ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਭੇਜਾਂਗੇ ਤਾਂ ਉਹ ਮੇਬੀ ਉਹ ਜਿਹੜੀ ਅਮਾਉਂਟ ਦਾ ਇੰਤਜ਼ਾਮ ਕਰਕੇ ਕੋਈ ਪੇਮੈਂਟ ਅਦਾ ਕਰ ਦੇਵੇ। ਇਸ ਕਰਕੇ ਜੇ ਇੱਕ ਵਾਰੀ ਜੇਲ੍ਹ ਭੇਜ ਦਿੱਤਾ, ਠੀਕ ਹੈ, ਤਾਂ ਉਹ ਜੇਲ੍ਹ ਕੱਟ ਕੇ ਆ ਗਿਆ ਤਾਂ ਉਹਨੂੰ ਦੁਬਾਰਾ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ, ਤੇ ਨਾ ਹੀ ਜਿਹੜੀ ਹੈਗੀ ਹੈ ਜਿਹੜੀ ਅਮਾਉਂਟ ਹੈ ਉਹ ਡਿਸਚਾਰਜ ਨਹੀਂ ਹੁੰਦੀ। ਅਮਾਉਂਟ ਉਹਦੇ ਖਿਲਾਫ ਫਿਰ ਹੀ ਖੜੀ ਰਹੇਗੀ, ਅਮਾਉਂਟ ਉਸਨੇ ਫਿਰ ਵੀ ਜਮ੍ਹਾਂ ਕਰਾਉਣੀ ਹੋਏਗੀ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ। ਜਿਹੜੀ ਕੋਰਟ ਹੈਗੀ ਹੈ ਉਹ ਅਮਾਉਂਟ ਤੋਂ ਫਿਰ ਵੀ ਲੈਣ ਦੇ ਲਈ ਜਿਹੜੀ ਡਿਗਰੀ ਹੈ ਉਹ ਐਗਜ਼ੀਕਿਊਟ ਕਰ ਸਕਦੀ ਹੈ। ਨੈਕਸਟ ਹੈ ਸੈਕਸ਼ਨ 59। ਕੋਈ ਜਿਹੜੀ ਹੈਗਾ ਜਿਹਨੂੰ ਜੇਲ੍ਹ ਭੇਜਿਆ ਗਿਆ ਕੋਰਟ ਵੱਲੋਂ, ਠੀਕ ਹੈ, ਰਿਲੀਜ਼ ਔਨ ਗਰਾਊਂਡ ਆਫ ਇਲਨੈਸ, ਜਿਹੜੀ ਕੋਰਟ ਹੈਗੀ ਹੈ ਉਸ ਨੂੰ ਉਹਦੀ ਬਿਮਾਰੀ ਦੇ ਬੇਸਿਸ ਤੇ ਵੀ ਰਿਲੀਜ਼ ਕਰ ਸਕਦੀ ਹੈ। ਉਹਦੇ ਕੀ ਪੁਆਇੰਟ ਨੇ? 3-4 ਪੁਆਇੰਟ ਹੈਗੇ ਆ, ਠੀਕ ਹੈ। ਸੈਕਸ਼ਨ 59 subsection 1, at any time after a warrant for the arrest of a JD has been issued, the court may cancel it on the ground of his serious illness। ਵਾਰੰਟ ਜਾਰੀ ਹੋ ਗਿਆ, ਐਟ ਐਨੀ ਟਾਈਮ ਆਫਟਰ ਏ ਵਾਰੰਟ ਜਾਰੀ ਹੋ ਗਿਆ, ਵਾਰੰਟ ਜਾਰੀ ਹੋਣ ਤੋਂ ਬਾਅਦ ਕਿਸੇ ਵੀ ਵੇਲੇ ਜਿਹੜੀ ਕੋਰਟ ਨੂੰ ਜੇ ਕੋਈ ਅੱਗੇ ਕੋਈ ਮੈਸੇਜ ਮਿਲਦਾ ਹੈ, ਠੀਕ ਹੈ, ਵੀ ਇਹ ਜਿਹੜਾ ਬੰਦਾ ਬਹੁਤ ਬਿਮਾਰ ਹੈਗਾ, ਕੋਈ ਵਿਅਕਤੀ ਅੱਗੇ ਦੱਸਦਾ ਹੈਗਾ ਜਾਂ ਉਹਦੇ ਵਾਰਸ ਦੱਸਦੇ ਨੇ, ਜਿਹੜਾ ਵਿਅਕਤੀ ਜਿਹੜੀ ਹੈਗਾ ਕਿਸੇ ਵੀ ਤਰੀਕੇ ਨਾਲ, ਜਾਂ ਪੁਲਿਸ ਆਫਿਸਰ ਹੀ ਆ ਕੇ ਦੱਸਦਾ ਵੀ ਉਹਦਾ ਬਿਮਾਰ ਹੈ, ਜਿਹਨੂੰ ਵਾਰੰਟ ਜਾਰੀ ਕੀਤਾ ਸੀਗਾ, ਤਾਂ ਜਿਹੜੀ ਕੋਰਟ ਹੈਗੀ ਆ ਉਹ ਵਾਰੰਟਾਂ ਨੂੰ ਕੈਂਸਲ ਕਰ ਸਕਦੀ ਹੈ। सबसेक्शन 2 हैगा, वेयर ए जजमेंट एक्टर हैज बीन अरेस्टेड, अरेस्ट तक कर लिया कोर्ट ने, उसने पुलिस ऑफिसर ने, द कोर्ट में रिलीज हिम if in its opinion he is not in a fit state for health to detain in the civil prison। ਜੇ ਕੋਰਟ ਨੂੰ ਲੱਗਦਾ ਹੈ ਵੀ ਜਿਹੜੀ ਇਹਦੀ ਹੈਲਥ ਹੈ ਉਹ ਇੰਨੀ ਵਧੀਆ ਨਹੀਂ ਹੈਗੀ ਵੀ ਇਸ ਨੂੰ ਜੇਲ੍ਹ ਭੇਜੀਏ, ਠੀਕ ਹੈ, ਸਿਵਲ ਪ੍ਰਿਜ਼ਨ 'ਚ ਭੇਜੀਏ, ਤਾਂ ਜਿਹੜੀ ਕੋਰਟ ਹੈਗੀ ਉਸ ਨੂੰ ਵਿਅਕਤੀ ਨੂੰ ਅਰੈਸਟ ਕਰਨ ਤੋਂ ਬਾਅਦ ਵੀ ਰਿਲੀਜ਼ ਕਰ ਸਕਦੀ ਹੈ, ਠੀਕ ਹੈ। ਨੈਕਸਟ ਹੈ ਸਬਸੈਕਸ਼ਨ 3, where a JD has been committed to the civil prison। ਜੇਕਰ ਜੇਲ੍ਹ 'ਚ ਭੇਜ ਦਿੱਤਾ ਤੇ ਉਹ ਪਹਿਲੇ 2 ਪੁਆਇੰਟ ਸੀਗੇ, ਇੱਕ ਦੇ ਵਿੱਚ ਤਾਂ ਜੇ ਅਰੈਸਟ ਨਹੀਂ ਕੀਤਾ ਸੀਗਾ, ਦੂਜੇ ਦੇ ਵਿੱਚ ਅਰੈਸਟ ਕਰ ਲਿਆ ਸੀ, ਅਰੈਸਟ ਕਰਕੇ ਜੇਲ੍ਹ 'ਚ ਨਹੀਂ ਭੇਜਿਆ, ਪਹਿਲਾਂ ਹੀ ਛੱਡ ਦਿੱਤਾ। ਤੀਜਾ ਪੁਆਇੰਟ ਹੈਗਾ ਜੇ ਜੇਲ੍ਹ 'ਚ ਭੇਜ ਦਿੱਤਾ, ਠੀਕ ਹੈ, ਜੇ ਜੇਲ੍ਹ 'ਚ ਭੇਜ ਦਿੱਤਾ, he may be released therefrom, ਉਹ ਜੇਲ੍ਹ ਤੋਂ ਰਿਲੀਜ਼ ਕੀਤਾ ਜਾ ਸਕਦਾ ਹੈ। ਕਿਉਂ? ਬਾਈ ਦਾ ਸਟੇਟ ਗਵਰਨਮੈਂਟ, ਸਰਕਾਰ ਵੀ ਉਹਨੂੰ ਛੱਡ ਸਕਦੀ ਹੈ। ਬਾਈ ਦਾ ਗਵਰਨਮੈਂਟ on the ground of the existence of any infectious or contagious disease, ਕੋਈ ਇਨਫੈਕਸ਼ਨ ਫੈਲੀ ਹੋਈ ਹੈ, ਜਿਵੇਂ ਹੁਣ ਕੋਵਿਡ ਫੈਲ ਗਿਆ ਸੀਗਾ, ਇਹੋ ਜਿਹੇ ਰੀਜ਼ਨ ਦੇ ਨੂੰ ਦੇਖਦੇ ਹੋਏ ਇਹ ਸਟੇਟ ਗਵਰਨਮੈਂਟ ਹੈ, ਸਰਕਾਰ ਵੀ ਉਸ ਵਿਅਕਤੀ ਨੂੰ ਹੈਗੀ ਹੈ ਰਿਲੀਜ਼ ਕਰ ਸਕਦੀ ਹੈ। ਬਾਈ ਦਾ ਕਮਿਟਿੰਗ ਕੋਰਟ, ਜਾਂ ਜਿਹੜੀ ਕੋਰਟ ਨੇ ਉਸ ਵਿਅਕਤੀ ਨੂੰ ਜੇਲ੍ਹ ਵਿੱਚ ਭੇਜਿਆ ਸੀਗਾ, ਉਹ ਕੋਰਟ ਜਾਂ ਉਹਦੀ ਕੋਈ ਸਬੋਰਡੀਨੇਟ ਕੋਰਟ, ਠੀਕ ਹੈ, ਸੀਰੀਅਸ ਇਲਨੈਸ ਨੂੰ ਦੇਖਦੇ ਹੋਏ ਉਸ ਵਿਅਕਤੀ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈਗਾ ਇਸ ਗਰਾਊਂਡ ਦੇ ਬੇਸ ਤੇ, ਵੀ ਸੀਰੀਅਸ ਇਲਨੈਸ ਦੇ ਬੇਸ ਤੇ। ਸਬਸੈਕਸ਼ਨ 4 ਹੈਗਾ, ਜਿਹੜੀ ਰਿਲੀਜ਼ਡ ਅੰਡਰ ਦਿਸ ਸੈਕਸ਼ਨ ਮੇ ਬੀ ਰੀ-ਅਰੈਸਟਡ। ਉਪਰਲੇ ਸੈਕਸ਼ਨ 'ਚ 1, 2, 3 ਜਿਹੜੇ ਸੈਕਸ਼ਨਸ ਹੈਗੀਆਂ ਨੇ, ਇਹਨਾਂ ਸੈਕਸ਼ਨਾਂ ਦੇ ਤਹਿਤ ਜੇ ਕਿਸੇ ਜੇਡੀ ਨੂੰ ਰਿਲੀਜ਼ ਕਰ ਦਿੱਤਾ ਗਿਆ ਤਾਂ ਹੀ ਮੇ ਬੀ ਰੀ-ਅਰੈਸਟਡ, ਬਟ ਦਾ ਪੀਰੀਅਡ ਆਫ ਹਿਸ ਡਿਟੈਂਸ਼ਨ, ਜੇਕਰ ਉਹ ਜੇਲ੍ਹ ਦੇ ਵਿੱਚ ਕੁਝ ਦੇਰ ਲਈ ਰਿਹਾ, ਮੰਨ ਲਓ 3 ਮਹੀਨੇ ਲਈ ਜੇਲ੍ਹ 'ਚ ਭੇਜ ਸਕਦੇ ਸੀ ਕੋਰਟ ਨੇ, ਉਸਨੂੰ 1 ਮਹੀਨਾ ਜੇਲ੍ਹ 'ਚ ਕੱਟ ਕੇ ਆ ਗਿਆ, ਤਾਂ ਉਹਨੂੰ ਬਾਅਦ ਦੇ ਵਿੱਚ ਜੇ ਕੋਈ ਅਰੈਸਟ ਕਰਕੇ ਜੇਲ੍ਹ 'ਚ ਭੇਜਿਆ ਜਾ ਰਿਹਾ ਹੈ ਤਾਂ ਉਹਦੇ 2 ਮਹੀਨੇ ਹੀ ਜੇਲ੍ਹ 'ਚ ਰਹਿ ਸਕਦਾ ਹੈ, ਉਹ ਵੱਧ ਨਹੀਂ ਹੈਗਾ, ਯਾਨੀ ਕਿ ਜਿੰਨਾ ਪੀਰੀਅਡ ਪਹਿਲਾਂ ਉਹ ਕੱਟ ਚੁੱਕਿਆ ਉਹ ਪੀਰੀਅਡ ਡਿਡਕਟ ਕੀਤਾ ਜਾਵੇਗਾ।
नेक्स्ट है सेक्शन 60 अटैचमेंट। टाइम तो नहीं हो गया ऑफिस जान का? हाँ जी, ये सैक्शन थोड़ा काफ़ी लंबा चौड़ा हैगा कि ਇਹਨੂੰ स्टार्ट कर लिए ਜਾਂ नेक्स्ट लेक्चर च करिए? 10 मिनट लाने तो लागो जी ते करो करनी सेक्शन। हाँ, काफ़ी ये थोड़ा सेक्शन 60 है, काफ़ी लेंथी हैगा, कल ही सेक्शन हैगा। अगर लेफ्ट कर दियो जी है जी। नेक्स्ट भी कर दियो सर। हाँ देखो ਤੁਸੀਂ ਜੇ ਤੁਹਾਡਾ ਆਫਿਸ ਦਾ ਕੋਈ ਹੈਗਾ ਇਹਦੇ ਤੇ ਕਾਫੀ ਲੈਂਥੀ ਹੈਗਾ ਇਹ, ਪਰ ਹੈ ਵੀ ਬਹੁਤ ਇੰਪੋਰਟੈਂਟ ਹੈ। सर प्रूव जाना जी मैं 4 साल तक खाने। ਮੈਂ ਉਹੀ ਗੱਲ ਕਰਦਾ ਕਿ ਲੈਂਥੀ ਹੈ ਕਾਫੀ, ਇਹਦੇ ਤੇ ਮਨ ਤਾਂ ਇਹ ਨਹੀਂ ਪਤਾ ਕੱਲੇ ਤੇ 15 20 ਮਿੰਟ 25 ਮਿੰਟ ਲੱਗ ਜਾਣ 20 ਮਿੰਟ। सर नेक्स्ट वीक स्टार्ट कर दियो। ਠੀਕ ਹੈ ਜੀ, ਕਿਉਂਕਿ ਇਹ ਕਾਫੀ ਇੰਪੋਰਟੈਂਟ ਹੈ ਤੇ ਰੋਜ਼ ਮਰਾਂ ਦੀ ਲਾਈਫ ਦੇ ਵਿੱਚ ਅਸੀਂ ਇਸ ਨੂੰ ਯੂਟਿਲਾਈਜ਼ ਕਰਦੇ ਹਾਂ। ਸੈਕਸ਼ਨ 60 ਅਟੈਚਮੈਂਟ ਹੈਗੀ ਹੈ। ਅਟੈਚਮੈਂਟ ਪ੍ਰੋਪਰਟੀ ਦੀ ਵੀ ਹੋ ਸਕਦੀ ਹੈ, ਅਟੈਚਮੈਂਟ ਕਿਸੇ ਦੀ ਪੈਸੇ ਦੀ ਵੀ ਹੋ ਸਕਦੀ ਹੈ, ਅਟੈਚਮੈਂਟ ਕਿਸੇ ਦੀ ਸੈਲਰੀ ਵੀ ਹੋ ਸਕਦੀ ਹੈ, ਅਟੈਚਮੈਂਟ ਕਿਸੇ ਦਾ ਘਰ ਵੀ ਹੋ ਸਕਦਾ ਹੈ, ਲੈਂਡ ਵੀ ਹੋ ਸਕਦੀ ਹੈ, ਚੈੱਕ ਵੀ ਹੋ ਸਕਦਾ ਹੈ। ਠੀਕ ਹੈ, ਬੈਂਕ ਨੋਟਸ ਨੇ, ਮਨੀ ਹੈ, ਬਿਲ ਆਫ ਐਕਸਚੇਂਜ ਹੈ, ਹੁੰਡੀ ਹੈ, ਪ੍ਰੋਮਾਈਜ਼ਰੀ ਨੋਟ ਨੇ, ਗਵਰਨਮੈਂਟ ਸਿਕਿਉਰਿਟੀ ਹੈ। ਕਾਫੀ ਲੰਮਾ ਚੌੜਾ ਇਹ ਜਿਹੜਾ ਸੈਕਸ਼ਨ ਹੈਗਾ, ਇਹ ਤੁਸੀਂ ਪਹਿਲਾਂ ਸ਼ਾਇਦ ਕਦੇ ਪੜ੍ਹਿਆ ਵੀ ਹੋਏਗਾ, ਪਰ ਜੇ ਪੜ੍ਹਾਂਗੇ ਆਪਾਂ ਦੇਖਾਂਗੇ ਮੇ ਵੀ ਅੱਧਾ ਘੰਟਾ ਇਕੱਲੇ ਇਸ ਸੈਕਸ਼ਨ ਤੇ ਲੱਗ ਜਾਏਗਾ ਸਾਡਾ। ਠੀਕ ਹੈ ਜੀ, ਅੱਜ ਦਾ ਲੈਕਚਰ ਅਸੀਂ ਇੱਥੇ ਖਤਮ ਕਰਾਂਗੇ ਤੇ ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ? हाँ जी संदीप जी, जीरकपुर। हाँ जी सर। कैसे हो? बढ़िया सर बढ़िया। ਤੁਹਾਡਾ ਆਫਿਸ ਕਿੱਥੇ ਹੈ? सर जी वैसे ऑफिस तो रखे डेरा बसी। डेरा बसी चो मैं रोज क्रॉस होकर जाना दिल्ली। और गौतम ठीक हो? कोई दिक्कत तो नहीं किसी दी जी? समझने च कोई प्रॉब्लम तो नहीं आ रही? नहीं सर। ओके, रघुवीर सिंह जी ठीक है, सारा सिस्टम ਤੁਹਾਨੂੰ ਸਮਝ ਆ ਰਿਹਾ ਪ੍ਰੋਪਰ? हाँ जी सर ठीक है जी। ओके रात में चलो स्टार्ट कर दो 10-15 मिनट और। है जी। 10 मिनट और पहले स्टार्ट कर दिया करो ये ढूंढते नहीं तो और मैंने ढूंढ। मैं तो कर सकदा स्टार्ट, पर ਐਵੇਂ ਜੁਆਇਨਿੰਗ ਤੇ ਕਈ ਵਾਰੀ ਟਾਈਮ ਲੱਗ ਜਾਂਦਾ ਹੈ। हाँ जी पूछ लो सारे हम कि ये है। ਹਾਂ, ਜੇ ਸਾਰੇ ਕਹਿੰਦੇ ਹੋ ਤਾਂ ਅਸੀਂ 7 ਵਜੇ ਸਟਾਰਟ ਕਰ ਦਿਆਂ ਕਰੀ ਕਲਾਸ। सारे ਉਹਦੇ ਵਿੱਚ ਇਦਾਂ ਹੈ ਕਈ ਮੈਂ ਚਾਹੁੰਦਾ ਸੀ ਪਹਿਲਾਂ ਕਰਨੀ, ਪਰ ਕਈ ਜਿਹੜੇ ਹੈਗੇ ਨੇ ਉਹ 8 ਨੰਬਰ ਪੇਪਰ ਦੀ ਕਲਾਸ ਲਗਾਉਂਦੇ ਆ। ਉਹ 8 ਨੰਬਰ ਪੇਪਰ ਦੀ ਜਿਹੜੀ ਕਲਾਸ ਹੈ ਮੈਨੂੰ ਪਤਾ ਲੱਗਦਾ ਵੀ 7:15 ਵਜੇ ਖਤਮ ਹੁੰਦੀ ਹੈ। ਤੁਹਾਡੇ ਚ ਕੋਈ 8 ਨੰਬਰ ਪੇਪਰ ਦੀ ਕਲਾਸ ਲਗਾਉਂਦਾ ਹੈ? ਨਹੀਂ ਲਗਾਉਂਦੇ? नहीं सर। Can we start at 7 AM? यस मेरे को भी ठीक है। ਠੀਕ ਹੈ, ਫਿਰ ਅੱਗੇ ਤੋਂ ਆਪਾਂ ਕਲਾਸ ਜਿਹੜੀ 7 ਵਜੇ ਸਟਾਰਟ ਕਰ ਲਾਂਗੇ ਤਾਂ ਕਿ 8 ਵਜੇ ਖਤਮ ਕਰ ਦੀ, ਤਾਂ ਕਿ ਤੁਹਾਨੂੰ ਪੂਰਾ ਦਫ਼ਤਰ ਜਾਣ ਦਾ ਜਿਹੜਾ ਹੋਇਆ ਉਹ ਸਮਾਂ ਪ੍ਰੋਪਰ ਤੁਹਾਨੂੰ ਮਿਲ ਜਾਵੇ। ਠੀਕ ਹੈ ਨਾ? ठीक है सर ठीक है। ठीक है सर। ਓਕੇ ਜੀ, सत श्री अकाल। ਸਤਿ ਸ਼੍ਰੀ ਅਕਾਲ। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਹੋਰ 15 ਮਿੰਟ ਵਿੱਚ